ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕਈ ਦਿਨਾਂ ਤੋਂ ਬਾਬਾ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਵੇਲੇ ਦੀ ਪਵਿੱਤਰ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੀ ਕਥਾ ਵਾਰਤਾ ਸ਼ਬਦ ਵਿਚਾਰ ਸਰਵਣ ਕਰ ਰਹੇ ਹਾਂ। ਅੱਜ ਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਵਿੱਤਰ ਪਾਵਨ ਅੰਗ 464 ਤੋਂ ਤੀਸਰੀ ਪੌੜੀ ਦੀ ਆਪਾਂ ਵਿਚਾਰ ਸਾਂਝੀ ਕਰਨ ਦੀ ਨਿਮਾਣੀ ਕੋਸ਼ਿਸ਼ ਕਰਨੀ ਹੈ। ਗਰੀਬ ਨਵਾਜ ਸਤਿਗੁਰੂ ਕਿਰਪਾ ਕਰਨ, ਆਪਣੀ ਸੇਵਾ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪ ਹੀ ਲੈ ਲੈਣ, ਕਿਉਂਕਿ ਇੰਨੀ ਉੱਚੀ ਸੁੱਚੀ ਬਾਣੀ, ਅਕਾਲੀ ਬਾਣੀ, ਧੁਰਕੀ ਬਾਣੀ ਦੀ ਵਿਚਾਰ ਕਰਨੀ ਕਿਸੇ ਸੰਸਾਰਕ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਪੌੜੀ ਦੇ ਰਾਹੀਂ ਸਤਿਗੁਰੂ ਕਹਿੰਦੇ ਨੇ, ਆਪੀ ਨਾ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਇਹ ਕੱਲ੍ਹ ਪੌੜੀ ਬਾਬਾ ਜੀ ਨੇ ਪੜ੍ਹ ਤਾਂ ਦਿੱਤੀ ਸੀ, ਇਹਦੇ ਅਰਥ ਕੁਛ ਰਹਿ ਗਏ ਸੀ ਸਮੇਂ ਦੀ ਪਾਬੰਦੀ ਹੋਣ ਕਾਰਨ। ਆਪੀ ਨਾ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰੋਇਆ। ਮਨ ਅੰਧਾ ਜਨਮ ਗਵਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਵੇਦੀ ਕੁਲ ਦੇ ਕੁਲਭੂਸ਼ਣ, ਜੱਗ ਦੇ ਚਾਨਣ, ਧਰਤੀ ਨੂੰ ਠੰਡਕ ਦੇਣ ਵਾਲੇ ਮਹਾਦਾਤੇ ਆਪਣੇ ਸ਼੍ਰੀ ਕੰਠ ਤੋਂ ਉਚਾਰ ਰਹੇ ਨੇ ਕਿ ਪਰਮਾਤਮਾ ਨੇ ਬੰਦੇ ਨੇ ਇਸ ਸੰਸਾਰ ਦੇ ਵਿੱਚ ਸੰਸਾਰਕ ਭੋਗਾਂ ਨੂੰ ਭੋਗਦਿਆਂ ਹੋਇਆਂ ਇੱਕ ਦਿਨ ਭਸਮ ਦੀ ਢੇਰੀ ਹੋ ਗਿਆ। ਸਾਧ ਸੰਗਤ ਜੀ, ਇਹ ਸੰਸਾਰ ਦੇ ਵਿੱਚ ਜਿੰਨਾ ਵੀ ਆਕਾਰ ਦਿਸਦਾ, ਸਤਿਗੁਰੂ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਵੀ ਦਿਖਾਈ ਦੇ ਰਿਹਾ ਹੈ ਉਸਨੇ ਇੱਕ ਨਾ ਇੱਕ ਦਿਨ ਨਾਸ਼ ਹੋਣਾ ਹੈ। ਕੇਵਲ ਤੇ ਕੇਵਲ ਇੱਕ ਪਰਮਾਤਮਾ ਦੀ ਹੋਂਦ ਐਸੀ ਹੈ ਜਿਹੜੀ ਸਦੀਵੀ ਹੈ, ਅਬਿਨਾਸ਼ੀ ਹੈ। ਆਪਣੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਪਦਾਰਥਾਂ ਦੇ ਭੋਗਾਂ ਨੂੰ ਭੋਗ ਕੇ ਭਸਮ ਦੀ ਢੇਰੀ ਬਣ ਗਿਆ। ਅਤੇ ਜੀਵ ਆਤਮਾ, ਭੌਰ ਦਾ ਮਤਲਬ ਜੀਵ ਆਤਮਾ, ਇਹਨੂੰ ਹੰਸ ਵੀ ਕਹਿੰਦੇ ਨੇ। ਜੀਵ ਆਤਮਾ ਫਿਰ ਆਪਣੇ ਦੇਸ਼ ਵੱਲ ਚੱਲਿਆ, ਸਿਧਾਇਆ, ਉਧਰ ਨੂੰ ਚਲੀ ਗਈ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਦੁਨੀਦਾਰ ਬੰਦਾ ਜਿਹੜਾ ਕੇਵਲ ਤੇ ਕੇਵਲ ਸੰਸਾਰਕ ਕਾਰਾਂ ਵਿਹਾਰਾਂ ਨੂੰ ਹੀ ਜਾਣਦਾ, ਜਿਹਨੂੰ ਕੋਈ ਧਰਮ ਦਾ ਗਿਆਨ ਨਹੀਂ ਹੈ। ਵੱਡਾ ਹੋਆ ਭਾਵ ਮਰ ਗਿਆ। ਪਹਿਲਾਂ ਜਦੋਂ ਕੋਈ ਇਹ ਹੱਟੀ ਬੰਦ ਕਰਦਾ ਸੀ, ਸ਼ਾਮ ਨੂੰ ਦੁਕਾਨ ਬੰਦ ਕਰਦਾ ਸੀ, ਉਹ ਇਹ ਨਹੀਂ ਕਹਿੰਦਾ ਸੀ ਕਿ ਭਾਈ ਦੁਕਾਨ ਇੰਨੇ ਵਜੇ ਬੰਦ ਕਰਦਾ। ਉਹ ਕਹਿੰਦੇ ਸੀ ਦੁਕਾਨ ਵੱਡੀ ਕਰ ਦਿਓ। ਕੋਈ ਦੀਵਾ ਲੈਂਪ ਬੁਝਾਉਣਾ ਹੁੰਦਾ ਸੀ ਤਾਂ ਉਦੋਂ ਕਹਿੰਦੇ ਸੀ ਕਿ ਦੀਵੇ ਨੂੰ ਵੱਡਾ ਕਰ ਦਿਓ। ਪਹਿਲਾਂ ਆਮ ਕਰਕੇ ਜਦੋਂ ਕੋਈ ਮਨੁੱਖ ਵੀ ਚੜ੍ਹਾਈ ਕਰ ਜਾਂਦਾ ਸੀ ਤਾਂ ਇਹੀ ਕਹਿੰਦੇ ਸੀ ਕਿ ਫਲਾਣਾ ਬੰਦਾ ਪੂਰਾ ਹੋ ਗਿਆ ਜਾਂ ਵੱਡਾ ਹੋ ਗਿਆ। ਮਹਾਰਾਜ ਜੀ ਕਹਿੰਦੇ ਇਹ ਦੁਨੀਦਾਰ ਬੰਦਾ ਵੱਡਾ ਹੋ ਗਿਆ, ਫਿਰ ਉਹਦੇ ਗਲ ਦੇ ਵਿੱਚ ਸੰਗਲ ਪਾ ਕੇ ਉਸ ਨੂੰ ਚਲਾਇਆ ਜਾਂਦਾ, ਲੈ ਕੇ ਜਾਇਆ ਜਾਂਦਾ। ਸਾਧ ਸੰਗਤ ਜੀ, ਇਹ ਉਸ ਅਕਰਤੇ ਪੁਰਖ ਦੀ ਰਚਨਾ ਦਾ ਵਿਧਾਨ ਹੈ। ਜਦੋਂ ਕੋਈ ਦੋਸ਼ੀ ਹੁੰਦਾ ਬੰਦਾ ਤਾਂ ਫਿਰ ਉਸ ਨੂੰ ਸਨਮਾਨ ਨਹੀਂ ਮਿਲਦਾ। ਉਸ ਨੂੰ, ਦੋਸ਼ੀ ਨੂੰ ਹੱਥ ਕੜੀਆਂ ਲਾ ਕੇ, ਪੈਰਾਂ 'ਚ ਬੇੜੀਆਂ ਪਾ ਕੇ ਇਹ ਸੰਸਾਰ ਦੇ ਅੰਦਰ ਵੀ ਲਿਜਾਇਆ ਜਾਂਦਾ ਅਤੇ ਉਸ ਪਰਮਾਤਮਾ ਦੇ ਜੋ ਉਸ ਦਰਬਾਰ ਦਾ ਵਿਧਾਨ ਹੈ ਤਾਂ ਜਿਹੜਾ ਬੰਦਾ
ਦੋਸ਼ੀ ਹੈ, ਦੁਨੀਆਦਾਰ ਹੈ, ਉਹਨੂੰ ਗਲ 'ਚ ਸੰਗਲ ਪਾ ਕੇ ਲੈ ਕੇ ਜਾਇਆ ਜਾਂਦਾ ਹੈ। ਹੁਣ ਆਪਾਂ ਸੋਚਾਂਗੇ ਵੀ ਦੁਨੀਆਦਾਰ ਬੰਦਾ ਦੋਸ਼ੀ ਕਿਉਂ ਹੋਇਆ। ਸਾਧ ਸੰਗਤ ਜੀ, ਪਰਮਾਤਮਾ ਨੇ ਸਾਨੂੰ ਬੇਅੰਤ ਦਾਤਾਂ ਦੇ ਕੇ ਸਾਡੀ ਇੱਕੋ ਡਿਊਟੀ ਲਾਈ ਸੀ ਕਿ ਇਹ ਬੰਦਿਆ ਤੂੰ ਪਰਮਾਤਮਾ ਦਾ ਨਾਮ ਜਪਣਾ, ਭਗਤੀ ਕਰਨੀ ਹੈ। ਗੁਰੂ ਮਹਾਰਾਜ ਇੱਕ ਦੋ ਥਾਂ 'ਤੇ ਬਾਣੀ ਵਿੱਚ ਇਹ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਸਾਰ ਦਿੱਤਾ ਉਹ ਚੋਰ ਨੇ। ਉਹ ਪਰਮਾਤਮਾ ਦੀ ਤਨਖਾਹ ਲੈ ਕੇ ਕੰਮ ਹੋਰ ਕਰਦੇ ਰਹੇ, ਦੂਸਰੇ ਭਾਅ 'ਚ ਵਿਚਰਦੇ ਰਹੇ। ਉਸ 'ਤੇ ਸਭ ਤੋਂ ਵੱਡਾ ਇਹੀ ਦੋਸ਼ ਹੈ ਕਿ ਪਰਮਾਤਮਾ ਤੋਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਸੀ ਅਤੇ ਹੋਰ ਬੇਅੰਤ ਸੁੱਖਾਂ ਭਰੀਆਂ ਦਾਤਾਂ ਲੈ ਕੇ ਆਇਆ ਸੀ, ਪਰ ਉਸ ਨੇ ਉਹ ਕੰਮ ਕੀਤਾ ਨਹੀਂ ਜਿਹੜੇ ਕੰਮ ਵਾਸਤੇ ਆਇਆ ਸੀ। ਜਿਵੇਂ ਆਪਣੇ ਘਰ ਇੱਕ ਕੋਈ ਨੌਕਰ ਹੋਵੇ, ਆਪਾਂ ਉਸ ਨੂੰ 50 ਰੁਪਏ ਲੈ ਕੇ ਕਹੀਏ ਕਿ ਭਾਈ ਬਾਜ਼ਾਰ 'ਚੋਂ ਚੀਨੀ ਲੈ ਆ। ਉਹ ਹੁਣ ਚੀਨੀ ਤਾਂ ਲੈ ਕੇ ਨਾ ਆਵੇ, ਉੱਥੇ ਕੋਈ ਗੋਲ ਗੱਪੇ ਖਾਇਆ ਵੇ ਜਾਂ ਫਿਲਮ ਦੇਖ ਕੇ ਆ ਜੇ, ਵਾਪਸ ਖਾਲੀ ਮੁੜਿਆ ਵੇ, ਤਾਂ ਫਿਰ ਉਸ ਨੂੰ ਸਨਮਾਨ ਨਹੀਂ ਮਿਲੇਗਾ, ਉਸ ਨੂੰ ਸਜ਼ਾ ਮਿਲੇਗੀ। ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਸਤਿਗੁਰੂ ਕਹਿੰਦੇ ਨੇ, ਵਜੋ ਸਾਹਿਬ ਕਾ ਸੇਵ ਬਰਾਨੀ, ਐਸੇ ਗੁਨਾਹ ਅਸ਼ਾਦਿਓ ਪ੍ਰਾਨੀ। ਵਜੋ ਤਨਖਾਹ ਨੂੰ ਕਹਿੰਦੇ ਨੇ, ਤਨਖਾਹ ਪਰਮਾਤਮਾ ਤੋਂ ਲਈ, ਪਰਮਾਤਮਾ ਤੋਂ ਦਾਤਾਂ ਲਈਆਂ, ਕੰਮ ਸੰਸਾਰਕ ਕੀਤੇ। ਹੁਣ ਇਹ ਤੇ ਵੱਡਾ ਦੋਸ਼ ਲੱਗਿਆ, ਗਲ 'ਚ ਸੰਗਲ ਪਾਇਆ ਗਿਆ, ਇੱਕ ਜਮਦੂਤ ਅੱਗੋਂ ਪਕੜਦਾ, ਦੂਸਰਾ ਫਿਰ ਉਸ ਨੂੰ ਕੁੱਟਦਿਆਂ ਲੈ ਕੇ ਜਾਂਦੇ ਨੇ। ਸਾਧ ਸੰਗਤ ਜੀ, ਉਹ ਰਾਹ ਬੜਾ ਬਿਖਮ ਹੈ, ਬੜਾ ਪੈਂਡਾ ਬਿਖਮ ਹੈ, ਬੜੀ ਤੇਜ਼। ਦੇਖੋ ਪੁਰਾਤਨ ਜਿਹੜੇ ਸ਼ਾਸਤਰ ਨੇ ਉਹ ਇਹ ਕਹਿੰਦੇ ਨੇ, ਇੱਕ ਤਾਂ ਉਹਦੇ ਵਿੱਚ ਅਸ ਪੱਤਰ ਬਨ ਆਉਂਦਾ, ਅਸ ਤਲਵਾਰ ਨੂੰ ਕਹਿੰਦੇ ਨੇ, ਭਾਵ ਇੰਨੇ ਤੇਜ਼ ਪੱਤੇ ਹੁੰਦੇ ਨੇ ਤਲਵਾਰ ਦੀਆਂ ਧਾਰਾਂ ਵਰਗੇ, ਸੰਘਣਾ ਜੰਗਲ ਹੁੰਦਾ, ਉਹਦੇ ਵਿੱਚ ਦੀ ਲਿਜਾਇਆ ਜਾਂਦਾ। ਉਹਦੇ ਨਾਲ ਉਹ ਜਿਹੜਾ ਹੈ 17 ਤੱਤਾਂ ਦਾ ਬਣਿਆ ਹੋਇਆ ਕਾਰਨ ਸਰੀਰ ਉਹ ਜ਼ਖਮੀ ਹੋ ਜਾਂਦਾ। ਫਿਰ ਅੱਗੇ ਇੱਕ ਜਿਹੜਾ ਹੈ ਅੱਗ ਦਾ, ਬੜੀ ਭਿਆਨਕ ਅੱਗ ਮੱਚਦੀ ਹੈ, ਉਹਦੇ ਵਿੱਚ ਦੀ ਲੰਘਾਇਆ ਜਾਂਦਾ ਹੈ। ਅੱਗੇ ਫਿਰ ਵੈਤਰਨੀ ਨਦੀ ਆਉਂਦੀ ਹੈ, ਜਿਹਦੇ ਉੱਤੇ ਵਾਲੋਂ ਨਿੱਕੀ ਪੁਰਸਲਾਤ ਬਾਰੇ ਗੁਰਬਾਣੀ 'ਚ ਫਰਮਾਨ ਹੈ, ਉਹਦੇ ਉੱਤੋਂ ਦੀ ਲੰਘਾਇਆ ਜਾਂਦਾ ਹੈ। ਹੁਣ ਸਾਧ ਸੰਗਤ ਜੀ, ਜਿਸ ਦੇ ਸਿਰ 'ਤੇ ਪਾਪਾਂ ਦੀ ਪੰਡ ਹੈ, ਉਹ ਪੁਰਸਲਾਤ ਨੂੰ ਨਹੀਂ ਲੰਘ ਸਕਦਾ। ਜਿਹੜਾ ਧਰਮ ਕਮਾ ਕੇ, ਜਿਹਨੇ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਆਪ ਨੂੰ ਬੈਲੈਂਸ ਬਣਾਇਆ, ਸੰਤੁਲਨ ਰੱਖਿਆ ਹੋਇਆ ਆਪਣਾ, ਕੇਵਲ ਤੇ ਕੇਵਲ ਉਹੀ ਬੰਦਾ ਉਸ ਵੈਤਰਨੀ ਨਦੀ ਦੇ ਉੱਪਰ ਬਣੇ ਹੋਏ ਤੰਗ ਪੁਲ ਉੱਤੋਂ ਦੀ, ਜਿਹੜਾ ਵਾਲ ਵਰਗਾ ਖੰਨੇ ਦੀ ਧਾਰ ਵਰਗਾ, ਖੰਡੇ ਦੀ ਧਾਰ ਤੋਂ ਵੀ ਤਿੱਖਾ ਹੈ, ਉਹਦੇ ਉੱਤੋਂ ਦੀ ਉਹੀ ਬੰਦਾ ਲੰਘ ਸਕਦਾ। ਫਿਰ ਇਹ ਜਿਹੜਾ ਪਾਪੀ ਬੰਦਾ, ਦੁਨੀਦਾਰ ਬੰਦਾ, ਉਹਨੂੰ ਇਹਨਾਂ ਮੁਸ਼ਕਲਾਂ ਵਿੱਚ ਦੀ ਲੰਘਣਾ ਪੈਂਦਾ ਹੈ। ਹਾਂ, ਜਿਹੜਾ ਧਰਮੀ ਹੈ, ਜਿਹੜਾ ਇੱਥੋਂ ਬੰਦਗੀ ਕਰਕੇ ਗਿਆ, ਉਸ ਨੂੰ ਤਾਂ ਸਾਧ ਸੰਗਤ ਜੀ, ਉਹ ਤਾਂ ਜੈ ਜੈਕਾਰ ਹੁੰਦੀ ਹੈ, ਉਹਨੂੰ ਫਿਰ ਜਮਦੂਤ ਨਹੀਂ ਲੈਣ ਆਉਂਦੇ। ਆਪਾਂ ਬਾਬਾ ਜੀ ਤੋਂ ਰੋਜ਼ ਹੀ ਕਥਾ 'ਚ ਸੁਣਦੇ ਹਾਂ ਕਿ ਉਸ ਨੂੰ ਤਾਂ ਜਿਸ ਉਹ ਮੰਡਲ ਦੀ ਭਗਤੀ ਕਰ ਰਿਹਾ ਹੈ, ਗੁਰੂ ਮਹਾਰਾਜ ਦੀ ਭਗਤੀ ਕਰ ਰਿਹਾ, ਤਾਂ 5 ਪਿਆਰੇ, ਸ਼ਹੀਦੀ ਫੌਜਾਂ ਆਦਿਕ ਉਹਨੂੰ ਲੈ ਕੇ ਜਾਂਦੀਆਂ ਨੇ। ਕੋਈ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਦਾ ਤਾਂ ਉਹਨੂੰ ਉਹ ਦੇਵੀ ਦੇਵਤੇ ਦੇ ਗਣ ਲੈ ਕੇ ਜਾਂਦੇ ਨੇ। ਅੱਗੇ ਗਰੀਬ ਨਵਾਜ ਕਹਿੰਦੇ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਅੱਗੇ ਜਾ ਕੇ ਫਿਰ ਇਹ ਨਹੀਂ ਕਿ ਹਾਂ ਵੀ ਉਹ ਤੇ ਐਵੇਂ ਦੋਸ਼ ਰੋਪੇ ਜਾਂਦੇ ਨੇ। ਉਹਦੀ ਕਰਨੀ ਜੋ ਉਹਨੇ ਕੀਤਾ ਹੈ ਉਹਨੂੰ ਦੇਖਿਆ ਜਾਂਦਾ ਹੈ। ਜੇ ਬੰਦਾ ਮੁਕਰਦਾ ਤਾਂ ਸਾਧ ਸੰਗਤ ਜੀ, ਉੱਥੇ ਬੜੀਆਂ ਬੜੀਆਂ ਸਕਰੀਨਸ ਨੇ, ਉਹ ਔਨ ਕੀਤਾ ਜਾਂਦਾ ਹੈ। ਫਿਰ ਬੰਦਾ ਦੇਖਦਾ ਕਿ ਹਾਂ ਜੀ, ਇਹ ਫਲਾਣੇ ਘਰ ਜਾ ਰਿਹਾ ਜੀ, ਕਿਸੇ ਪਾਪ ਬਿਰਤੀ ਨਾਲ ਜਾ ਰਿਹਾ ਜੀ, ਕਿਤੇ ਰਿਸ਼ਵਤ ਲੈ ਰਿਹਾ ਜੀ, ਕਿਤੇ ਹੇਰਾ ਫੇਰੀ ਕਰ ਰਿਹਾ, ਕਿਤੇ ਪਲਾਟ ਦੱਬ ਰਿਹਾ, ਕਿਤੇ ਝੂਠੀ ਗਵਾਹੀ ਦੇ ਰਿਹਾ। ਉਹਨੂੰ ਸਾਰਾ ਜੋ ਉਹਨੇ ਕਮਾਇਆ ਇੱਕ ਵਾਰੀ ਉਹਦੀਆਂ ਅੱਖਾਂ ਦੇ ਅੱਗੋਂ ਦੀ ਕਰ ਦਿੱਤਾ ਜਾਂਦਾ ਕਿ ਸੱਜਣਾ ਤੂੰ ਆਹ ਕੰਮ ਕਰੇ ਨੇ, ਬਹਿ ਲੇਖਾ ਕਰ ਸਮਝਾਇਆ। ਬਿਠਾ ਕੇ ਉਹਨੂੰ ਲੇਖਾ ਸਮਝਾ ਦਿੱਤਾ ਜਾਂਦਾ, ਦੇਖ ਤੂੰ ਆਹ ਪਾਪ ਕੀਤੇ ਨੇ। ਧਰਮ ਰਾਜ ਦੇ ਗ੍ਰੰਥ ਮੁਤਾਬਕ ਫਿਰ ਉਹਦੇ ਵਿੱਚ ਸਜ਼ਾਵਾਂ ਨਿਸ਼ਚਿਤ ਨੇ। ਜਿਵੇਂ ਕੋਈ ਕਾਮੀ ਬੰਦਾ ਪਰਾਈ ਔਰਤ ਨੂੰ ਜਾਂ ਪਰਾਏ ਮਰਦ ਨੂੰ, ਪਰਾਏ ਸਰੀਰ ਨੂੰ ਭੋਗਦਾ, ਸਾਧ ਸੰਗਤ ਜੀ, ਫਿਰ ਉਹੋ ਜਿਹਾ ਉੱਥੇ
ਇੱਕ ਜਿਹੜਾ ਹੈ ਮਤਲਬ ਲੋਹੇ ਦਾ ਸਰੀਰ ਬਣਾਇਆ ਜਾਂਦਾ ਹੈ, ਜਿਹਨੂੰ ਕਿ ਬਿਲਕੁਲ ਰੈੱਡ ਹੌਟ ਕੀਤਾ ਜਾਂਦਾ, ਬਹੁਤ ਲਾਲ ਸੁਰਖ ਗਰਮ ਕੀਤਾ ਜਾਂਦਾ। ਫਿਰ ਉਹਦੇ ਨਾਲ ਉਹਨੂੰ ਜੱਫੀਆਂ ਪਾਉਣ ਵਾਸਤੇ ਕਿਹਾ ਜਾਂਦਾ ਕਿ ਤੂੰ ਇਸੇ ਸਰੀਰ ਨਾਲ ਭੋਗ ਕਰਦਾ ਰਿਹਾ, ਹੁਣ ਇਹਨੂੰ ਜੱਫੀਆਂ ਪਾ। ਕੋਈ ਲੈ ਕੇ ਮੁੱਕਰਦਾ ਤਾਂ ਉਸ ਨੂੰ ਤੇਲ ਦੇ ਕੜਾਹੇ ਵਿੱਚ ਤਲਿਆ ਜਾਂਦਾ। ਇਸ ਤਰ੍ਹਾਂ ਦੀਆਂ ਮਤਲਬ ਬੇਅੰਤ ਜਿਹੜੀਆਂ ਹੈਗੀਆਂ ਨੇ ਸਜ਼ਾਵਾਂ ਉਹ ਗ੍ਰੰਥ ਦੇ ਵਿੱਚ ਫਿਰ ਕਹਿੰਦੇ ਲਿਖੀਆਂ ਨੇ। ਉਹਨੂੰ ਲੇਖਾ ਸਮਝਾਇਆ ਜਾਂਦਾ, ਮਿੱਤਰਾ ਆਹ ਧਾਰਾ ਦੇ ਮੁਤਾਬਕ ਤੈਨੂੰ ਆਹ ਸਜ਼ਾ ਮਿਲੂਗੀ ਕਿ ਤੈਨੂੰ ਫਿਰ ਇਹੋ ਜਿਹੇ ਨਰਕਾਂ ਦੇ ਵਿੱਚ ਜੀਵਨ ਬਤੀਤ ਕਰਨਾ ਪਊਗਾ। ਥਾਉ ਨਾ ਹੋਵੇ ਪਾਉਂ ਦੀ। ਹੁਣ ਸੁਣੀਆਂ ਕਿਆ ਰੋਇਆ, ਕਹਿੰਦੇ ਹੁਣ ਪਾਉਂ ਦੀ, ਪਾਉਂ ਮਨੇ ਪੈਰ, ਪਾਉਂ ਦੀ ਜੁੱਤੀ। ਉਹਦੇ ਇੰਨੀਆਂ ਜੁੱਤੀਆਂ ਪੈਂਦੀਆਂ ਨੇ ਕਿ ਉਹਨੂੰ ਸਿਰ ਲੁਕਾਉਣ ਵਾਸਤੇ ਥਾਂ ਨਹੀਂ ਮਿਲਦਾ। ਉਸ ਦੀ ਕੋਈ ਕੂਕ ਪਕਾਰ ਵੀ ਨਹੀਂ ਸੁਣਦਾ। ਹੁਣ ਸੁਣੀਆਂ ਕਿਆ ਰੋਇਆ, ਉੱਥੇ ਉਹਦੀ ਕੂਕ ਪਕਾਰ ਵੀ ਕੌਣ ਸੁਣੇਗਾ, ਕਿਉਂਕਿ ਉੱਥੇ ਦਾ ਵੈਦੋ ਨਾ ਭਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਉਹ ਰਾਮ ਨੂੰ ਉਹਨੇ ਇੱਥੇ ਸਿਮਰਿਆ ਨਹੀਂ, ਉਸ ਪਰਮਾਤਮਾ ਨਾਲ ਉਹਨੇ ਜਾਣ ਪਛਾਣ ਪਾਈ ਨਹੀਂ, ਕਿਉਂਕਿ ਨਾਮ ਹੀ ਨਹੀਂ ਜਪਿਆ ਹੈਗਾ। ਉਹ ਜਿਨ੍ਹਾਂ ਮਾਂ ਬਾਪ ਵਾਸਤੇ, ਧੀਆਂ ਪੁੱਤਰਾਂ ਵਾਸਤੇ, ਭੈਣਾਂ ਭਰਾਵਾਂ ਵਾਸਤੇ, ਸੱਜਣਾ ਮਿੱਤਰਾਂ ਵਾਸਤੇ ਇੱਥੇ ਪਾਪ ਕਰਮ ਕਰਦਾ ਰਿਹਾ, ਉਹ ਤਾਂ ਉਹਨਾਂ ਨੇ ਤਾਂ ਕੀ ਜਾਣਾ, ਇਹ ਸਰੀਰ ਵੀ ਨਹੀਂ ਉੱਥੇ ਗਿਆ ਨਾਲ। ਹੁਣ ਉਸ ਨੂੰ ਇਹ ਬੜੀਆਂ ਜੁੱਤੀਆਂ ਪੈਂਦੀਆਂ ਨੇ। ਮਨ ਅੰਧਾ ਹੈ, ਜਨਮ ਗਵਾਇਆ। ਇਹ ਅੰਨੇ ਮਨ ਨੇ ਐਵੇਂ ਜਨਮ ਗਵਾ ਲਿਆ। ਭੇਜਿਆ ਤਾਂ ਇਸ ਨੂੰ ਸੀ ਨਾਮ ਰੂਪੀ ਰਤਨ ਵੰਜਣ ਵਾਸਤੇ। ਇਹ ਇੱਥੋਂ ਕੱਚ ਇਕੱਠਾ ਕਰਕੇ ਲੈ ਗਿਆ। ਇਹ ਇੱਥੋਂ ਜਿਹੜਾ ਹੈ ਸਵਾਸਾਂ ਰੂਪੀ ਅਮੋਲਕ ਪੂੰਜੀ ਨੂੰ ਖਤਮ ਕਰਕੇ ਪਾਪ ਇਕੱਠੇ ਕਰਕੇ ਲੈ ਗਿਆ। ਸਾਧ ਸੰਗਤ ਜੀ, ਜਿੰਨੀਆਂ ਬਾਕੀ ਜੂਨਾਂ ਨੇ ਉਹਨਾਂ ਦੇ ਉੱਤੇ ਪਾਪ ਪੁੰਨ ਦੀ ਕੋਈ ਜਿਹੜਾ ਹੈ ਮਤਲਬ ਲੇਖਾ ਨਹੀਂ ਲਿਖਿਆ ਜਾਂਦਾ। ਇਹ ਇੱਕ ਮਨੁੱਖਾ ਜੂਨ ਹੀ ਹੈ, ਐਸੀ ਹੈ ਜਿਹੜੀ ਇਹ ਭੋਗ ਜੂਨ ਵੀ ਹੈ ਅਤੇ ਕਰਮ ਜੂਨ ਵੀ ਹੈ। ਅਸੀਂ ਨਾਲ ਦੀ ਨਾਲ ਆਉਣ ਵਾਲੇ ਭਵਿੱਖ ਵਾਸਤੇ ਨਵੀਂ ਫਸਲ ਬੀਜ ਰਹੇ ਹਾਂ, ਅਤੇ ਜੋ ਪਿੱਛੇ ਬੀਜੀ ਹੈ ਉਹਨੂੰ ਹੁਣ ਨਾਲ ਦੀ ਨਾਲ ਵੱਢ ਵੀ ਰਹੇ ਹਾਂ। ਜੋ ਪਿੱਛੇ ਬੀਜੀ ਹੈ ਉਹਨੂੰ ਵੱਢ ਰਹੇ ਹਾਂ, ਅੱਗੇ ਵਾਸਤੇ ਬੀਜ ਰਹੇ ਹਾਂ। ਬਾਕੀ ਇਸ ਤੋਂ ਇਲਾਵਾ ਚਾਹੇ ਕੋਈ ਦੇਵਤਿਆਂ ਦੀ ਜੂਨੀ ਹੈ, ਚਾਹੇ ਭੂਤਾਂ ਪ੍ਰੇਤਾਂ ਦੀ ਜੂਨੀ ਹੈ, ਚਾਹੇ ਕੋਈ ਸ਼ੇਰ ਆਦਿਕ ਜਾਨਵਰਾਂ ਦੀ ਜੂਨੀ ਹੈ, ਉਹ ਕੱਲੀਆਂ ਤੇ ਕੱਲੀਆਂ ਭੋਗ ਜੂਨਾਂ ਨੇ। ਜੋ ਉਹਨਾਂ ਨੇ ਪਿੱਛੇ ਕੀਤਾ ਉਹ ਭੋਗਦੀਆਂ ਨੇ। ਹੁਣ ਇਸ ਨੂੰ ਭੇਜਿਆ ਸੀ ਸਵਾਸਾਂ ਰੂਪੀ ਪੂੰਜੀ ਦੇ ਕੇ ਕਿ ਤੂੰ ਨਾਮ ਰੂਪੀ ਰਤਨ ਹੀਰੇ ਇਕੱਠੇ ਕਰਨੇ ਨੇ। ਇਸ ਨੂੰ ਆਜ਼ਾਦੀ ਵੀ ਦਿੱਤੀ ਪਰਮਾਤਮਾ ਨੇ ਕਿ ਤੂੰ ਮੇਰਾ ਰੂਪ ਹੈ ਬੰਦਿਆ, ਤੈਨੂੰ ਮੈਂ ਜੀਵਨ ਦੇ ਅੱਗੇ ਪਾਪ ਪੁੰਨ ਦੋਏ ਬੈਲ ਵਸਾਹੇ। ਦੋ ਬਲਦ ਦਿੱਤੇ ਨੇ ਪਾਪ ਤੇ ਪੁੰਨ ਦਾ। ਹੁਣ ਇਹ ਤੇਰੀ ਮਰਜ਼ੀ ਹੈ, ਤੂੰ ਇਸ ਨੂੰ ਪਾਪ ਦੇ ਬਲਦ ਨੂੰ ਅੱਗੇ ਜੋੜਨਾ ਹੈ ਆਪਣੇ ਜੀਵਨ ਦੇ ਰਥ ਅੱਗੇ, ਤੇ ਜਾਂ ਫਿਰ ਇਹ ਪੁੰਨ ਵਾਲੇ ਨੂੰ ਜੋੜਨਾ। ਆਪਾਂ ਨੂੰ ਇੰਨੀ ਕੁ ਆਜ਼ਾਦੀ ਦਿੱਤੀ ਹੈ, ਇਹ ਆਜ਼ਾਦੀ ਹੀ ਆਪਾਂ ਨੂੰ ਖਰਾਬ ਕਰਦੀ ਆ। ਸਾਧ ਸੰਗਤ ਜੀ, ਜਿਵੇਂ ਹੁਣ ਮਹਾਰਾਜ ਨੇ ਆਪਾਂ ਨੂੰ ਗੰਨਾ ਦਿੱਤਾ, ਗੁੜ ਦਿੱਤਾ, ਖੰਡ ਦਿੱਤੀ, ਇਹ ਹੁਣ ਮਨੁੱਖ ਦੀ ਮਰਜ਼ੀ ਹੈ ਉਹਦੀ ਸ਼ਰਾਬ ਬਣਾਵੇ ਜਾਂ ਫਿਰ ਉਸ ਦਾ ਅੰਮ੍ਰਿਤ ਮਿਠਾਈਆਂ ਬਣਾ ਲੇ। ਉਹਨੇ ਅੰਗੂਰ ਦਿੱਤੇ ਨੇ ਆਪਾਂ ਨੂੰ, ਬੜੇ ਸੋਹਣੇ ਮੇਵੇ ਨੇ। ਇਹ ਹੁਣ ਮਨੁੱਖ ਦੀ ਮਰਜ਼ੀ ਹੈ, ਉਹਨੂੰ ਇਹ ਇੱਕ ਆਜ਼ਾਦੀ ਦਿੱਤੀ ਹੈ, ਉਹ ਚਾਹੇ ਅੰਗੂਰਾਂ ਦੀ ਸ਼ਰਾਬ ਬਣਾ ਕੇ ਪੀਵੇ ਅਤੇ ਜਾਂ ਫਿਰ ਉਸ ਦਾ ਅੰਮ੍ਰਿਤ ਬਣਾ ਲੇ। ਗਲੂਕੋਜ਼ ਆਦਿਕ ਬਹੁਤ ਦਵਾਈਆਂ ਬਣਦੀਆਂ। ਪਰਮਾਤਮਾ ਨੇ ਸਾਨੂੰ ਅਨਾਜ ਦਿੱਤਾ ਸਾਡੇ ਪੇਟ ਦੀ ਭੁੱਖ ਨੂੰ ਦੂਰ ਕਰਨ ਵਾਸਤੇ। ਇਹ ਕਣਕ, ਜੌਂ, ਮੱਕੀ ਆਦਿਕ ਦੀ ਲੋਕੀ ਸ਼ਰਾਬ ਬਣਾਉਂਦੇ ਨੇ, ਭਾਵ ਜ਼ਹਿਰ ਬਣਾਉਂਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਸਾਨੂੰ ਸੁਆਸ ਦਿੱਤੇ ਨੇ, ਚਾਹੇ ਅਸੀਂ ਇਹਨਾਂ ਨੂੰ ਪਾਪਾਂ ਵਾਲੇ ਪਾਸੇ ਖਰਚੀਏ, ਚਾਹੇ ਅਸੀਂ ਇਹਨਾਂ ਨੂੰ ਪੁੰਨਾਂ ਵਾਲੇ ਪਾਸੇ ਖਰਚੀਏ, ਇਹ ਸਾਨੂੰ ਪਰਮਾਤਮਾ ਨੇ ਆਜ਼ਾਦੀ ਦਿੱਤੀ ਹੈ। ਮਨੁੱਖ ਨੂੰ ਗਿਆਨ ਨਾ ਹੋਣ ਕਾਰਨ, ਮਨੁੱਖ ਦੇ ਪੱਲੇ ਗੁਰੂ ਦੀ ਮੱਤ ਨਾ ਹੋਣ ਕਾਰਨ ਪਾਪਾਂ ਦੇ ਵਿੱਚ ਹੀ ਸਾਰੇ ਜੀਵਨ ਨੂੰ ਖਰਚ ਕਰ ਦਿੰਦਾ। ਸਾਧ ਸੰਗਤ ਜੀ, ਜੇ ਮਨੁੱਖ ਦੀ ਜਿੰਨੋਂ ਤੋਂ ਉਹ ਕਮਾਉਣ ਲੱਗਿਆ ਜਾਂ ਜਦੋਂ ਤੋਂ ਜੰਮਿਆ ਉਦੋਂ ਤੋਂ ਉਹਦੀ ਸਾਰੀ ਪ੍ਰਾਪਰਟੀ ਵੇਚ ਕੇ ਇੱਕ ਵੀ ਸਵਾਸ ਮੁੱਲ ਲੈਣਾ ਚਾਹੀਏ, ਆਪਾਂ ਮੁੱਲ ਨਹੀਂ ਲੈ ਸਕਦੇ। ਜੇ ਉਸ ਨੇ 10, 20, 50, 100 ਕਿੱਲੇ, ਇੱਕ ਪਿੰਡ ਵੀ ਖਰੀਦ ਲਿਆ, 2-4 ਪਿੰਡ ਵੀ ਖਰੀਦ ਲਏ, ਜੇ ਉਹਨਾਂ ਨੂੰ ਆਪਾਂ ਕਹੀਏ ਕਿ ਜੀ ਤੁਸੀਂ ਇਹ ਸਾਰੀ ਪ੍ਰਾਪਰਟੀ, ਸਾਰੀ ਕਮਾਈ ਜਿਹੜੀ ਇਹਨੇ ਕੀਤੀ ਹੈ ਹੁਣ ਤੱਕ, ਮਰਨ ਤੱਕ, ਉਹ ਪ੍ਰਾਪਰਟੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਤੁਸੀਂ ਇਸ ਨੂੰ ਇੱਕ ਅੱਧਾ ਸਵਾਸ ਦੇ ਦਿਓ। ਭਾਵ ਸਵਾਸਾਂ ਦੀ ਇੰਨੀ ਕੀਮਤ ਹੈ, ਮਨੁੱਖ ਦੀ ਸਾਰੀ ਉਮਰ ਦੀ ਕਮਾਈ ਵੀ ਇੱਕ ਸਵਾਸ ਖਰੀਦਣ ਦੇ ਸਮਰੱਥ ਨਹੀਂ ਹੈ।
ਮਹਾਰਾਜ ਇਹ ਕਹਿੰਦੇ ਮਨ ਅੰਧਾ ਜਨਮ ਗਵਾਇਆ। ਇਹ ਅੰਨੇ ਮਨ ਨੇ ਗੁਰੂ ਦੀ ਮੱਤ ਤੋਂ ਬਿਨਾਂ ਹੀ ਇਹ ਜਨਮ ਗਵਾ ਲਿਆ। ਅੱਗੇ ਸਤਿਗੁਰੂ ਕਹਿੰਦੇ ਸ਼ਲੋਕ ਮਹਿਲਾ ਪਹਿਲਾ, ਭੈ ਵਿੱਚ ਪਾਵਨ ਵਹਿ ਸਦ ਵਾਵੋ, ਭੈ ਵਿੱਚ ਚੱਲੈ ਲੱਖ ਦਰਿਆਓ। ਦਰਿਆਓ ਬਹੁ ਬਚਨ ਹੈ ਇਸ ਕਰਕੇ ਚੱਲੈ, ਪਾਵਨ ਇੱਕ ਵਚਨ ਹੈ ਇਸ ਕਰਕੇ ਉਹ ਵਹਿ, ਉਹ ਵਹਿ ਨਹੀਂ ਉਹ ਵਹਿ। ਇਹ ਹੁਣ ਦਰਿਆਓ ਬਹੁ ਬਚਨ ਹੈ ਇਸ ਕਰਕੇ ਚੱਲੈ, ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਕਿਉਂਕਿ ਅੱਗ ਵੀ ਇੱਕ ਵਚਨ ਹੈ ਇਸ ਕਰਕੇ ਕੱਢੈ। ਸਾਧ ਸੰਗਤ ਜੀ, ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰਦੇ ਹਾਂ, ਧਿਆਨ ਨਾਲ ਪਾਠ ਕਰਦੇ ਹਾਂ, ਤਾਂ ਕਈ ਵਾਰੀ ਬੁੱਧੀ ਚੱਕਰਤ ਰਹਿ ਜਾਂਦੀ ਹੈ, ਅੱਖਾਂ ਅੱਡੀਆਂ ਅਡਾਈਆਂ ਰਹਿ ਜਾਂਦੀਆਂ ਨੇ। ਧੰਨ ਹੈ ਭਾਈ ਗੁਰਦਾਸ ਜੀ, ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਨਤਮਸਤਕ ਹੁੰਦਾ। ਇੰਨਾ ਤੁਹਾਨੂੰ ਗਿਆਨ ਇੱਕ ਵੀ ਲਗ ਮਤਰ ਮਹਾਰਾਜ ਨੇ ਫਾਲਤੂ ਨਹੀਂ ਲਾਈ ਹੋਈ ਕੋਈ। ਫਿਰ ਧੰਨ ਹੈ ਭਾਈ ਮਨੀ ਸਿੰਘ ਜੀ, ਗੁਰੂ ਮਹਾਰਾਜ ਦੇ ਦੀਵਾਨ। ਜਿੱਥੇ ਇੱਕ ਵਚਨ ਹੈ ਉੱਥੇ ਜਿਹੜਾ ਹੈ ਉਹ ਇੱਕ ਵਚਨੇ ਕਿਰਿਆ ਲਾਈ ਹੈ, ਜਿੱਥੇ ਬਹੁ ਵਚਨਾ ਤਾਂ ਉੱਥੇ ਬਹੁ ਵਚਨੀ ਕਿਰਿਆ ਲਾਈ ਹੈ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜਿੰ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਵਲ ਸੂਰ, ਭੈ ਵਿੱਚ ਆਵੈਂ ਜਾਵੈਂ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਇਸ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਗਰੀਬ ਨਵਾਜ ਨੇ ਬੜੀ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਜਿੰਨਾ ਆਕਾਰ ਇਸ ਦੁਨੀਆ ਦੇ ਉੱਤੇ ਬਣਿਆ ਹੋਇਆ ਹੈ, ਸਭ ਨੂੰ ਕੋਈ ਨਾ ਕੋਈ ਭੈ ਹੈ, ਚਾਹੇ ਉਹ ਪਰਬਤ ਹੈ ਚਾਹੇ ਉਹ ਸਾਗਰ ਹੈ। ਪਰਬਤਾਂ ਨੂੰ ਵੀ ਡਰ ਹੈ ਕਿ ਤੇਜ਼ ਹਵਾ ਆਏਗੀ, ਤੇਜ਼ ਬਰਸਾਤ ਆਏਗੀ, ਸਾਨੂੰ ਖੋਰ ਕੇ ਲੈ ਜਾਏਗੀ। ਸਾਗਰ ਨੂੰ ਵੀ ਡਰ ਹੈ ਕੋਈ ਐਸਾ ਮਹਾਪੁਰਸ਼ ਸਾਨੂੰ ਸਰਾਫ ਨਾ ਦੇ ਦੇ ਕਿਤੇ ਅਸੀਂ ਸੁੱਕੇ ਜਾਈਏ। ਸਾਧ ਸੰਗਤ ਜੀਓ, ਇਸ ਥਲ ਦਾ ਜਿਹੜਾ ਹੈ ਵੱਡਾ ਜਾਨਵਰ ਉਹ ਹਾਥੀ ਗਿਣਿਆ ਜਾਂਦਾ ਹੈ। ਹਾਥੀ ਵੀ ਡਰ ਦੇ ਵਿੱਚ ਹੈ, ਉਹਦੇ ਸਿਰ ਦੇ ਉੱਤੇ ਅੰਕਸ ਹੈ ਤਾਂ ਉਹ ਫਿਰ ਸਹੀ ਰਹਿੰਦਾ ਹੈ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇਹ ਇੱਕ ਵਿਰਤੀ ਬਣਾਈ ਹੈ। ਵੈਸੇ ਮਨੁੱਖ ਦੀਆਂ 14 ਜਨਮਜਾਤ ਵਿਰਤੀਆਂ ਨੇ, ਜਿਹਦੇ ਵਿੱਚ ਹੱਸਣਾ, ਖੇਡਣਾ, ਖੋਹਣਾ, ਲੜਨਾ, ਝਗੜਨਾ, ਇਹ ਡਰਨਾ, ਇਹ 14 ਜਨਮਜਾਤ ਵਿਰਤੀਆਂ ਨੇ। ਭਾਵੇਂ ਇੱਕ ਐਸੀ ਵਿਰਤੀ ਹੈ ਜਿਹੜੀ ਪਰਮਾਤਮਾ ਨੂੰ ਅਤੇ ਪਰਮਾਤਮਾ ਦੇ ਸੰਤਾਂ ਬ੍ਰਹਮ ਗਿਆਨੀਆਂ ਨੂੰ ਛੱਡ ਕੇ ਬਾਕੀ ਸਭ ਨੂੰ ਵਿਆਪਦੀ ਹੈ। ਭੈ ਜੇ ਨਾ ਹੋਵੇ ਤਾਂ ਇਸ ਸਮਾਜ ਦੇ ਵਿੱਚ ਗੜਬੜ ਹੋ ਜਾਏਗੀ, ਗੜਬੜੀ ਮਚ ਜਾਏਗੀ। ਸਾਨੂੰ ਸਮਾਜ ਦਾ ਡਰ ਹੈ, ਸਾਨੂੰ ਸਰਕਾਰ ਦਾ ਡਰ ਹੈ, ਸਾਨੂੰ ਧਰਮ ਦਾ ਡਰ ਹੈ, ਸਾਨੂੰ ਆਪਣੇ ਧੀਆਂ ਪੁੱਤਾਂ ਦਾ ਡਰ ਹੈ, ਸਾਨੂੰ ਵੱਡਿਆਂ ਦਾ ਡਰ ਹੈ। ਜਦੋਂ ਤੋਂ ਅਸੀਂ ਪੈਦਾ ਹੋਏ ਹਾਂ, ਪਹਿਲਾਂ ਮਾਂ-ਬਾਪ ਦਾ ਡਰ, ਫਿਰ ਥੋੜ੍ਹੇ ਜਿਹੇ ਵੱਡੇ ਹੋਏ, ਫਿਰ ਮਾਂ ਡਰਾਉਂਦੀ ਸੀ ਪੁੱਤ ਮਾਊ ਆ ਜਾਊਗਾ, ਜਾਨਵਰਾਂ ਦਾ ਡਰ, ਫਿਰ ਉਦੋਂ ਵੱਡੇ ਹੋਏ ਟੀਚਰ ਦਾ ਡਰ, ਫਿਰ ਵੱਡੇ ਹੋਏ ਫਿਰ ਥੋੜ੍ਹਾ ਪਤਾ ਲੱਗ ਗਿਆ ਕਾਨੂੰਨ ਦਾ ਡਰ, ਸਮਾਜ ਦਾ ਡਰ। ਭਾਵ ਮਨੁੱਖ ਦੀ ਸਾਰੀ ਜ਼ਿੰਦਗੀ ਡਰ ਦੇ ਵਿੱਚ ਲੰਘ ਜਾਂਦੀ ਹੈ। ਸਾਧ ਸੰਗਤ ਜੀ, ਇਕੱਲਾ ਮਨੁੱਖ ਨਹੀਂ, ਸ਼ੇਰ ਵੀ ਹੈ ਨਾ, ਉਹਦੇ ਮਨ 'ਚ ਵੀ ਭੈ ਹੈ। ਪਰਮਾਤਮਾ ਨੇ ਇਹ ਸ੍ਰਿਸ਼ਟੀ ਦਾ ਵਿਧਾਨ ਹੀ ਇਸ ਤਰ੍ਹਾਂ ਰਚਿਆ। ਚੂਹਾ ਬਿੱਲੀ ਤੋਂ ਡਰਦਾ, ਬਿੱਲੀ ਕੁੱਤੇ ਤੋਂ ਡਰਦੀ ਹੈ, ਕੁੱਤਾ ਬਘਿਆੜ ਤੋਂ ਡਰਦਾ, ਬਘਿਆੜ ਸ਼ੇਰ ਤੋਂ ਡਰਦਾ, ਸ਼ੇਰ ਬੰਦੇ ਤੋਂ ਡਰਦਾ, ਬੰਦਾ ਸ਼ੇਰ ਤੋਂ ਡਰਦਾ। ਭਾਵ ਇੱਕ ਦੂਜੇ ਤੋਂ ਅਸੀਂ ਡਰਦੇ ਹਾਂ। ਹੁਣ ਗਰੀਬ ਨਵਾਜ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਦੱਸ ਕੇ ਬੰਦਿਆ ਤੂੰ ਵੀ ਡਰ ਦੇ ਵਿੱਚ ਹੈ, ਪਰ ਤੂੰ ਡਰ ਨੂੰ ਨਾ ਸੋਧ ਲੈ। ਇੱਕ ਤਾਂ ਸੰਸਾਰਕ ਡਰ ਹੈ ਕਿ ਜੀ ਲੋਕ ਕੀ ਕਹਿਣਗੇ, ਇਸ ਦੀ ਤੂੰ ਪਰਵਾਹ ਕਰ, ਪਰ ਇਸ ਤੋਂ ਜ਼ਿਆਦਾ ਪਰਵਾਹ ਤੂੰ ਕਰ ਕਿ ਪਰਮਾਤਮਾ ਮੈਨੂੰ ਦੇਖ ਰਿਹਾ।
ਮੈਨੂੰ परमात्मा अगे लेखा देना पैना है। परमात्मा ने मैनू इस दा जिहड़ा है पुछ पड़ताल करनी है मेरी। परमात्मा मेरे नेड़े तो नेड़े आ, निकट बुझै सो बुरा क्यों करे। जे नेड़े है फिर बंदा बुरा क्यों करूगा। साध संगत जी आपां फिर जिहड़ी गल कीती है कि परमात्मा क्यों नहीं डरदा, क्योंकि साध संगत जी यह सारा पसारा ही परमात्मा दा है। ऋग्वेद दे विच परमात्मा का एक सरूप उचरिया होया है कि आकाश उस दा मुख मस्तक है, सूरज चंद उहदियां अखां ने, यह धरती उस दा धड़ है, यह वगदियां होईयां नदियां उहदियां नाड़ां ने, पताल उहदे पैर ने। भाव कि सारा कुछ ही परमात्मा दा पसारा है। परमात्मा तो बगैर जे असी कहिए ये पसारा परमात्मा तो नहीं बल्कि परमात्मा का ही पसारा है। असी उस दे एक रचना के अंग हाँ। जिवें साडे शरीर के अंग ने, बाल रोम किन्ने ने, ये साडे सारे शरीर के अंग ने। कोई पैर की चीची तक छोटे तो छोटा अंग भी साडे शरीर का एक हिस्सा है। साध संगत जीओ असी भी परमात्मा का एक हिस्सा। अपने शरीर तो कोई नहीं डरदा। सज्जा हथ खब्बे तो नहीं डरदा, खब्बा हथ सज्जे तो नहीं डरदा। साध संगत जी इस तरह फिर परमात्मा साथों क्यों डरेगा। हुण दूजी गल आई, संत क्यों नहीं डरते, ब्रह्म ज्ञानी क्यों नहीं डरते। महाराज ने एक फैसला किया, डरदा कौन है। महाराज कहने सो डर है जे पाप कमांदा धर्मी विकसेत। धर्मी बंदा नहीं डरदा हुंदा। मैं रिश्वत लई है, मैं डरांगा कि पकड़िया ना जावां। मैं फरलो मार रहा, मैं डरांगा किते अफसर मैनू बाजार च ना मिल जे, जां किते मैनू जड़ा है बुला ना लवे। मैं कोई गलत निगाह देख रहा, मैं डरांगा कि मैनू कोई देखदा ना होवे। मैं चुगली कीती है किसी दी, मैनू डर लगेगा कि जे जिहदी मैं चुगली कीती है उस बंदे नूं ना पता लग जे। जिहड़ा धर्मी है उन्हें गलत काम कोई करना ही नहीं, वो डरेगा की तो। फिर उसनूं ये भी विश्वास हुंदा, भरोसा हुंदा, सतगुर संग सदा है नाले। उन्होंने ये भी भरोसा हुंदा, उन्होंने ये भी पता हुंदा जिहड़े परमात्मा की मैं भगती करदा वो मेरा माँ बाप है, वो मेरे अंग संग है, वो मैनू हर तरह की विपता तो बचाएगा। देखो विश्वास सी भाई जोगा सिंह नूं ते भाई जोगा सिंह की रक्षा की ना। विश्वास सी बाबा बचित्र सिंह होरां नूं, साध संगत जी मस्त हाथी नाल लड़ना किते सौखा पिया। हाथी उदां ही झंगाड़दा होवे ना, साडे वर्गां नूं पसीने छुट जांदे ने। फिर वो मस्त हाथी जिहड़ा लोहे नाल मढ़िया होया, फिर वो भुखा तिहाया सिंह, गुरु का लाल, गुरु के थापड़े ते विश्वास सी, नहीं डरिया। साध संगत जी 18वीं सदी दे सिंह भगत जन बाबा कबीर जी नूं बन के हाथी दे अगे नूड़ के सुट्टता सी, पर नहीं डरे। हाथी ही झुक के नमस्कारां करदा है। बाबा नामदेव नूं दिल्ली दे विच बादशाह ने फड़ लिया सी, कहता सी नातर गर्दन मारों ठाएं, पर नहीं डोले। फिर शहीद सिंह भाई मनी सिंह वर्गे जोधे, बाबा दीप सिंह वर्गे अणखी सिंह, भाई सुवेग सिंह वर्गे, भाई तारू सिंह वर्गे सिदकी सिरड़ी सिंह नहीं डरे। क्यों? क्योंकि धर्म कमाया होया सी। गुरु महाराज अंग संग सी। गुरु महाराज के छोटे छोटे साहिबजादे नीहां च खड़े जकारे छड्ड रहे हैं। हुण महाराज सानू उदाहरणा दिंदे ने, बंदिया भै विच पावन वहै सदवाओ। सदवाओ का मतलब सदा चलण वाली हवा, क्योंकि हवा हमेशा ही चलती है। कई बार हवा की गति बहुत घट होंदी है, सानू महसूस नहीं होंदी। आपां कहने यार भी हवा बंद है, हवा बंद नहीं होंदी। जे हवा बंद हो जाए फिर तो असी सारी बंद हो जाएंगे, फिर तो असी सारी गड्डी चढ़ जाएंगे। हवा बंद नहीं होंदी, हवा चलती है, क्योंकि हवा सारे जीवां दा प्राण आधार परमात्मा ने बनाया। ये उहदे रब्बी भै च चलती है, कदी तेज चलती है, कदी हौली चलती है, कदी पूर्व दे दिशा तो चलती है, कदी पश्चिम की दिशा तो चलती है, कदी दक्षिण की दिशा तो चलती है, कदी जड़ा उत्तर की दिशा तो चलती है। कई बार हनेरियां तूफाना के रूप च आउंदी है। जिवें वो हुक्म करदा परमात्मा, उहदे भै दे विच फिर उस तरह ही चलती है। साध संगत जी परमात्मा भै जड़ा है परमात्मा हवा नूं हुक्म करदा कि फलानी थां ते इहो जिहे जीव ने, उन्हां दा भोजन भी कई बारी हवा दे राहीं उत्थे भेजदा, उहदे भै दे विच चलदी है। फिर भै विच चलैं लख दरियाओ, लखां दरिया
ਉਹਦੇ ਭੈ ਵਿੱਚ ਚੱਲਦੇ ਨੇ। ਕਦੀ ਵਿਚਾਰੇ ਊਣੇ ਚੱਲਦੇ ਨੇ, ਕਦੀ ਕੰਢਿਆਂ ਤੋਂ ਉਛਲ ਜਾਂਦੇ ਨੇ, ਕਈ ਵਾਰੀ ਇੰਨੀ ਤਬਾਹੀ ਮਚਾਉਂਦੇ ਨੇ ਕਿ ਪਿੰਡਾਂ ਦੇ ਪਿੰਡ ਰੋੜ ਕੇ ਲੈ ਜਾਂਦੇ ਨੇ। ਉਹ ਵੀ ਉਹਦੇ ਭੈ ਵਿੱਚ ਨੇ। ਇੱਕ ਵਾਰੀ ਕਹਿੰਦੇ ਦਰਿਆ ਚੜ੍ਹ ਗਿਆ। ਪਿੰਡ ਦੇ ਲੋਕ ਬਾਬਾ ਫਰੀਦ ਜੀ ਕੋਲ ਗਏ ਕਿ ਸਾਈਂ ਜੀਓ, ਪੀਰ ਜੀਓ, ਤੁਸੀਂ ਜਿਹੜਾ ਹੈ ਅਰਦਾਸ ਕਰੋ, ਦੁਆ ਕਰੋ ਪਰਮਾਤਮਾ ਦੇ ਅੱਗੇ। ਬਾਬਾ ਫਰੀਦ ਜੀ ਨੇ ਕਹਿੰਦੇ ਜਾ ਕੇ ਦੇਖਿਆ। ਉਹਨਾਂ ਨੇ ਦੇਖਿਆ ਵੀ ਹਾਂ, ਇਹ ਤਾਂ ਜਿੱਧਰ ਪਰਮਾਤਮਾ ਇਹਨੂੰ ਚਲਾਉਂਦਾ ਉਧਰ ਹੀ ਚੱਲਦਾ, ਇਹਦੇ ਵਿਚਾਰੇ ਦੇ ਕੋਈ ਵਸ 'ਚ ਨਹੀਂ ਹੈ। ਸਾਧ ਸੰਗਤ ਜੀ, ਜੇ ਅਸੀਂ ਦੇਖੀਏ ਨਾ ਡੂੰਘੀ ਵਿਚਾਰ ਨਾਲ, ਡੀਪ ਐਨਾਲਿਸਿਸ ਕਰਕੇ ਜੇ ਆਪਾਂ ਦੇਖੀਏ, ਅਸੀਂ ਵੀ ਸਾਰੇ ਉਸ ਪਰਮਾਤਮਾ ਦੇ ਹੱਥ ਵਿੱਚ ਕਠਪੁਤਲੀਆਂ। ਜਿਵੇਂ ਉਹ ਨਚਾਉਂਦਾ ਹੈ ਉਸੇ ਤਰ੍ਹਾਂ ਹੀ ਨੱਚਦੇ ਹਾਂ। ਨਾ ਜੰਮਣਾ ਸਾਡੇ ਵੱਸ ਦੇ ਵਿੱਚ, ਨਾ ਮਰਨਾ ਸਾਡੇ ਵੱਸ ਦੇ ਵਿੱਚ, ਨਾ ਪੜ੍ਹਨਾ ਸਾਡੇ ਵੱਸ ਦੇ ਵਿੱਚ। ਸਾਧ ਸੰਗਤ ਜੀ, ਜੇ ਪੜ੍ਹਨਾ ਆਪਣੇ ਵੱਸ 'ਚ ਆਉਂਦਾ ਨਾ, ਪਤਾ ਸਾਰੇ ਮੈਰਿਟ ਲਿਸਟ 'ਚ ਆਉਂਦੇ। 3rd ਡਿਵੀਜ਼ਨ ਨਾਲ ਕੋਈ ਵੀ ਨਹੀਂ ਪਾਸ ਹੋਣਾ ਹੁੰਦਾ। ਸਾਧ ਸੰਗਤ ਜੀ ਦੇਖੋ, ਕਈ ਵਾਰੀ ਕੀ ਹੁੰਦਾ, ਮਤਾ ਕਰੈ ਪੂਰਬ ਕੈ ਤਾਈ ਪੱਛਮੀ ਹੀ ਲੈ ਜਾਤ। ਕਈ ਵਾਰੀ ਬੰਦਾ ਸੋਚਦਾ ਹੋਰ ਹੈ, ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਬੰਦਾ ਚਾਹੁੰਦਾ ਕੁਛ ਹੋਰ ਹੈ, ਕੁਛ ਹੋ ਜਾਂਦਾ ਹੋਰ। ਅਸੀਂ ਦੇਖੋ, ਆਪਾਂ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ। ਆਖਣ ਜ਼ੋਰ ਚੁਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਆਪਾਂ ਰੋਜ਼ ਇਹ ਪੜ੍ਹਦੇ ਹਾਂ, ਪਰ ਕਦੇ ਵਿਚਾਰੇ ਨਹੀਂ ਹੈਗਾ। ਆਪਾਂ ਕਹਿੰਦੇ ਮੈਂ ਤੈਨੂੰ ਠੀਕ ਕਰ ਦੂੰ, ਤੂੰ ਮੈਨੂੰ ਕੀ ਸਮਝੇ। ਬੰਦਾ ਤੇਰੇ ਵੱਸ 'ਚ ਹੈ ਕੀ ਹੈ? ਨਾ ਸੌਣਾ ਤੇਰੇ ਵੱਸ 'ਚ, ਨਾ ਜਾਗਣਾ ਤੇਰੇ ਵੱਸ 'ਚ। ਕਈ ਵਾਰੀ ਮੇਰੇ ਵਰਗਾ ਰੱਟੇ ਲਾ ਕੇ ਆਉਂਦਾ ਕਿ ਆਹ ਜਿਹੜੀ ਹੈ ਗੱਲ ਸੰਗਤ ਨਾਲ ਸਾਂਝੀ ਕਰਾਂਗੇ, ਇੱਥੇ ਆ ਕੇ ਭੁੱਲੇ ਜਾਂਦਾ। ਕਈ ਵਾਰੀ ਜਿਹੜੀ ਕਿਤੇ ਭੁੱਲੀ ਹੁੰਦੀ ਹੈ, ਯਾਦ ਹੀ ਨਹੀਂ ਹੁੰਦੀ, ਉਹ ਯਾਦ ਆ ਜਾਂਦੀ ਹੈ। ਨਾ ਚੁੱਪ ਰਹਿਣ 'ਚ ਬੰਦੇ ਦਾ ਜ਼ੋਰ ਹੈ। ਚੌਥੇ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਮੇਰੇ ਹਰ ਜੀਓ ਸਭ ਕੁਛ ਤੇਰਾ ਬਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈਂ, ਜਿਉਂ ਭਾਵੈ ਤੇ ਮੈਂ ਬਖਸ਼। ਪੰਚਮ ਪਾਤਸ਼ਾਹ ਕਹਿੰਦੇ ਸਭ ਤੇਰਾ ਜ਼ੋਰ ਗੋਪਾਲਾ ਜੀਓ। ਜੇ ਮੈਂ ਬੋਲ ਰਿਹਾ ਤੇਰੇ ਜ਼ੋਰ ਨਾਲ, ਜੇ ਮੈਂ ਖਾ ਰਿਹਾ ਤਾਂ ਤੇਰੇ ਜ਼ੋਰ ਨਾਲ, ਜੇ ਮੈਂ ਮਲ ਤਿਆਗ ਕਰ ਰਿਹਾ ਸਤਿਗੁਰੂ ਉਹ ਵੀ ਤੇਰੇ ਜ਼ੋਰ ਨਾਲ। ਨਹੀਂ ਤਾਂ ਕਈਆਂ ਨੂੰ ਬੰਨ ਪੈ ਜਾਂਦਾ, ਕਈਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਹੁਣ ਅਸੀਂ ਉਹਦੇ ਜ਼ੋਰ ਦੇ ਵਿੱਚ ਚੱਲਦੇ ਹਾਂ, ਉਹਦੇ ਜ਼ੋਰ ਨਾਲ ਹੀ ਸਾਰਾ ਕੁਛ ਕਰਦੇ ਹਾਂ। ਕਹਿੰਦੇ ਇਹ ਲੱਖਾਂ ਦਰਿਆ ਵੀ ਉਹਦੇ ਭੈ ਦੇ ਵਿੱਚ ਨੇ। ਭੈ ਵਿੱਚ ਅਗਣ ਕੱਢਾ ਹੈ ਵੇਗਾਰ। ਵੇਗਾਰ ਉਹ ਹੁੰਦਾ ਕਿ ਉਹ ਕੰਮ ਜਿਹਦੀ ਮਜ਼ਦੂਰੀ ਨਾ ਦਿੱਤੀ ਜਾਵੇ, ਫਰੀ 'ਚ ਕੰਮ ਕਰਵਾਇਆ ਜਾਵੇ। ਜਿਹੜੀ ਅੱਗ ਹੈ ਕਹਿੰਦੇ ਇਹ ਲੋਕਾਂ ਦੀ ਬਗਾਰ ਉਹਦੇ ਭੈ ਵਿੱਚ ਹੀ ਕਰਦੀ ਹੈ। ਦੇਖੋ ਕਦੀ ਭਟਕ ਜਾਂਦੀ ਹੈ, ਜੰਗਲਾਂ ਦੇ ਜੰਗਲ ਸਾੜ ਕੇ ਤਬਾਹ ਕਰ ਦਿੰਦੀ ਹੈ, ਉਹਦੇ ਭੈ 'ਚ। ਜਿਵੇਂ ਉਹ ਹੁਕਮ ਕਰਦਾ ਅੱਗ ਨੂੰ, ਉਸੇ ਤਰ੍ਹਾਂ ਹੀ ਚੱਲਦਾ। ਦੇਖੋ ਬਾਬਾ ਜੀ ਦੱਸ ਰਹੇ ਸੀ ਕਿ ਵੜਵਾ ਅਗਲ ਹੁੰਦੀ ਹੈ, ਉਹ ਸਮੁੰਦਰ ਦੇ ਵਿੱਚ ਮੱਚਦੀ ਹੈ। ਦੇਖੋ ਪਾਣੀ ਅੱਗ ਨੂੰ ਬੁਝਾਉਂਦਾ ਹੈ। ਕਮਾਲ ਦੀ ਗੱਲ, ਉਹ ਪਾਣੀ 'ਚ ਹੀ ਅੱਗ ਲੱਗੀ ਹੋਈ ਹੈ ਕਮਾਲ ਦੀ ਗੱਲ। ਉਹਦੇ ਭੈ 'ਚ ਹੈ, ਜਿਵੇਂ ਉਹ ਚਲਾਉਂਦਾ ਉਸੇ ਤਰ੍ਹਾਂ ਹੀ ਚੱਲਦੀ ਆ ਉਹ। ਭੈ ਵਿੱਚ ਧਰਤੀ ਦੱਬੀ ਭਾਰ। ਸਾਧ ਸੰਗਤ ਜੀ, ਧਰਤੀ ਦੇ ਉੱਤੇ ਕਿੰਨਾ ਭਾਰ ਹੈ। ਕਿਹੜੇ ਕਿਹੜੇ ਵੱਡੇ ਪਰਬਤ ਨੇ, ਕਿੰਨੇ ਵੱਡੇ ਭਾਰੀ ਸਮੁੰਦਰ ਨੇ, ਕਿੰਨੇ ਵੱਡੇ ਵੱਡੇ ਜੀਵ ਨੇ, ਕਈ ਕਈ ਕਿਲੋਮੀਟਰ ਲੰਬੀਆਂ ਬੇਲ ਮੱਛੀਆਂ ਨੇ, ਸ਼ਾਰਕਾਂ ਨੇ। ਸਾਧ ਸੰਗਤ ਜੀ, ਹਾਥੀ ਯਾਦ ਡਾਇਨੋਸਾਰ ਜੋ ਖਤਮ ਹੋ ਗਏ, ਸਭ ਤੋਂ ਭਾਰੇ ਅਕਿਰਤ ਘਣ ਵੀ ਇਹ ਧਰਤੀ 'ਤੇ ਘੁੰਮਦੇ ਨੇ। ਧਰਤੀ ਭੈ ਦੇ ਵਿੱਚ ਹੀ ਉਹਦੇ ਭਾਰ ਹੇਠਾਂ ਦੱਬੀ ਹੋਈ ਹੈ। ਜੇ ਉਹਦਾ ਭੈ ਨਾ ਹੋਵੇ, ਧਰਤੀ ਤਾਂ ਬਗਾਵਤ ਕਰਦੇ ਵੀ ਮੈਂ ਕਿਹੜਾ ਨਾ ਪਾਪੀ ਬੰਦੇ ਨੂੰ ਚੱਕਣ ਦਾ ਠੇਕਾ ਲਿਆ। ਪਰ ਉਹਦਾ ਭੈ ਹੈ ਕਿ ਧਰਤੀ ਕੇ ਤੂੰ ਇੰਨਾ ਦੇਰ ਤੂੰ ਇਹਨਾਂ ਨੂੰ ਇਹ ਚੱਕ ਕੇ ਰੱਖਣਾ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਸਾਧ ਸੰਗਤ ਜੀ, ਇੰਦਰ ਰਾਜਾ, ਬਰਸਾਤ ਦਾ, ਮੀਂਹ ਦਾ ਜੋ ਦੇਵਤਾ ਮੰਨਿਆ ਜਾਂਦਾ, ਇਹ ਵੀ ਉਹਦੇ ਭੈ 'ਚ ਹੈ। ਸਾਧ ਸੰਗਤ ਜੀ, ਆਪਾਂ ਦੇਖਦੇ ਹਾਂ ਕਈ ਵਾਰੀ ਇੱਕ ਵੱਟ ਸੁੱਕੀ ਹੁੰਦੀ ਹੈ, ਇੱਕ ਵੱਟ ਗਿੱਲੀ ਹੁੰਦੀ ਹੈ। ਇਹ ਵੀ ਉਹਦੇ ਭੈ 'ਚ ਹੈ। ਜਿੱਥੇ ਉਹਦਾ ਹੁਕਮ ਕਰਦਾ ਉਹ, ਇਹ ਇੰਦਰ ਉੱਥੇ ਹੀ ਵਰਸਦਾ। ਆਪਾਂ ਕਹਿੰਦੇ ਨਾ ਕਿ ਵੀ ਜਿਹੜਾ ਇਹ ਇਸ ਮੇਘ ਦੇ ਹੱਥ 'ਚ ਕੁਛ ਵੀ ਨਹੀਂ ਹੈਗਾ। ਜਿਹਨੇ ਇਹ ਮੇਘ ਭੇਜਿਆ, ਬੱਦਲ ਭੇਜਿਆ, ਇਹ ਸਾਰਾ ਕੁਛ ਉਹਦੇ ਵੱਸ 'ਚ ਹੈ। ਕਰੋੜਾਂ ਟਨ ਪਾਣੀ ਆਕਾਸ਼ 'ਚ ਉੜਦਾ ਫਿਰਦਾ ਰਹਿੰਦਾ, ਪਰ ਜੇ ਉਹਨੂੰ ਨਹੀਂ ਹੁਕਮ ਉਹਦੇ ਵਰਸਣ ਦਾ, ਉਹ ਨਹੀਂ ਵਰਸੇਗਾ। ਜਿੱਥੇ ਹੁਕਮ ਕਰੇਗਾ ਉੱਥੇ ਹੀ ਵਰਸੇਗਾ। ਕਹਿੰਦੇ ਇਹ ਇੰਦਰ ਰਾਜਾ
ਭਾਵ ਆਪਣੇ ਬੱਦਲਾਂ ਦਾ ਜਿਹੜਾ ਹੈ ਸੁਆਮੀ ਹੈ, ਉਹ ਸਿਰ ਭਾਰ ਫਿਰਦਾ, ਭਾਵ ਸਿਰ ਭਰਨੇ ਘੁੰਮਦਾ ਫਿਰਦਾ। ਭੈ ਵਿੱਚ ਰਾਜਾ ਧਰਮ ਦੁਆਰ, ਜਿਹੜਾ ਧਰਮ ਰਾਜਾ ਹੈ ਉਹਦਾ ਦਰਬਾਰ ਹੈ, ਉਹ ਵੀ ਉਹਦੇ ਭੈ 'ਚ ਹੀ ਹੈ। ਭਾਵ ਉਹ ਵੀ ਮਰਜ਼ੀ ਨਹੀਂ ਕਰ ਸਕਦਾ ਜੀਵਾਂ ਨਾਲ, ਆਪਣੀ ਮਰਜ਼ੀ ਉਹ ਵੀ ਨਹੀਂ ਕਰ ਸਕਦਾ, ਹਾਲਾਂਕਿ ਉਹਦੇ ਹੱਥ 'ਚ ਬਹੁਤ ਜ਼ਿਆਦਾ ਤਾਕਤ ਹੈ, ਪਰ ਉਹ ਵੀ ਉਹਦੇ ਭੈ 'ਚ ਹੈ, ਉਹਦੇ ਹੁਕਮ 'ਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਸਾਧ ਸੰਗਤ ਜੀ, ਸੂਰਜ ਆ ਦੇਖੋ ਖੰਡਾਂ ਬ੍ਰਹਮੰਡਾਂ ਨੂੰ ਰੁਸ਼ਨਾ ਦਿੰਦਾ। ਪੂਰਾ ਹਿੰਦੁਸਤਾਨ ਸੂਰਜ ਦੀ ਪੂਜਾ ਕਰਦਾ। ਕਿਸੇ ਨੇ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਸੂਰਜ ਦੀ ਪੂਜਾ ਨਹੀਂ ਕਰਦੇ? ਕਹਿੰਦੇ ਵੀ ਤੁਹਾਨੂੰ ਤਾਂ ਇੱਕ ਸੂਰਜ ਦਿੰਦਾ, ਤੁਸੀਂ ਇਹਦੀ ਪੂਜਾ ਕਰਦੇ ਹੋ। ਮੈਨੂੰ ਤਾਂ ਕਰੋੜਾਂ ਸੂਰਜ ਦਿਸ ਰਹੇ ਨੇ, ਮੈਂ ਕਿਹਦੀ ਪੂਜਾ ਕਰਾਂ? ਹਾਂ, ਮੈਂ ਤਾਂ ਉਸ ਸੂਰਜ ਦੀ ਪੂਜਾ ਕਰਦਾ, ਨਮੋ ਸੂਰਜ ਸੂਰਜੇ, ਜਿਹੜਾ ਇਹ ਕਰੋੜਾਂ ਸੂਰਜਾਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਜਿਹੜਾ ਕਰੋੜਾਂ ਸੂਰਜਾਂ ਨੂੰ ਇਹ ਤਪਸ਼ ਦੇ ਰਿਹਾ, ਜਾਹੋ ਜਲਾਲ ਦੇ ਰਿਹਾ। ਮੈਂ ਉਹ ਜਿਹੜਾ ਸੂਰਜ ਨੂੰ ਪੂਜਦਾ। ਹੁਣ ਕਹਿੰਦੇ ਇਹ ਜਿਹੜਾ ਸੂਰਜ ਹੈ ਇਹ ਵੀ ਉਹਦੇ ਡਰ 'ਚ ਹੈ। ਦੇਖੋ ਸਰਦੀਆਂ 'ਚ ਉਹਦੇ ਨਿਕਲਣ ਦਾ ਸਮਾਂ ਹੋਰ ਹੈ, ਗਰਮੀਆਂ 'ਚ ਉਹਦੇ ਅਸਤ ਹੋਣ ਦਾ ਸਮਾਂ ਹੋਰ ਹੈ। ਫਿਰ ਮਹਾਰਾਜ ਕਹਿੰਦੇ ਭੈ ਵਿੱਚ ਚੰਦ, ਚੰਦਰਮਾ ਵੀ ਦੇਖੋ ਉਹਦੇ ਭੈ 'ਚ ਹੈ, ਕਦੀ ਵਾਧਾ ਘਟਦਾ, ਕਦੀ ਕਿਸੇ ਸਮੇਂ ਚੜ੍ਹਦਾ, ਕਦੀ ਕਿਸੇ ਸਮੇਂ ਚੜ੍ਹਦਾ। ਇਹ ਵੀ ਉਹਦੇ ਭੈ 'ਚ ਹੈ, ਇਹ ਵੀ ਆਪਣੀ ਮਰਜ਼ੀ ਨਾਲ ਦੀ ਕਿ ਮੈਂ ਰੋਜ਼ ਇਹ ਪੂਰਾ ਹੋ ਕੇ ਚੜ੍ਹਾਂ। ਕੋ ਕਰੋੜਿੰ ਚਲਤ ਨਾ ਅੰਤ। ਸਾਧ ਸੰਗਤ ਜੀ, ਜਿਹੜੇ ਇਹ ਗ੍ਰਹਿ ਨਕਸ਼ਤਰ ਤਾਰੇ ਸਿਆਰੇ ਨੇ ਇਹ ਸਾਰੇ ਚੱਲ ਰਹੇ ਨੇ, ਰੱਬ ਸੱਸ ਚੱਲੇ। ਮਹਾਰਾਜ ਕਹਿੰਦੇ ਨੇ ਇਹ ਤਾਰਕਾ ਮੰਡਲ ਹੈ, ਇਹ ਸਾਰਾ ਇਹ ਚੱਲ ਰਿਹਾ ਹੈ, ਧਰਤੀਆਂ ਘੁੰਮ ਰਹੀਆਂ ਨੇ, ਉਹਦੇ ਭੈ 'ਚ ਚੱਲ ਰਹੀਆਂ ਨੇ। ਇੱਥੇ ਚਲਾਏ ਮਾਨ ਤਾਂ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ ਜਾਂ ਪਰਮਾਤਮਾ। ਇਹ ਕਹਿੰਦੇ ਕਰੋੜਾਂ ਕੋਹ ਚੱਲਦੇ ਨੇ, ਕਰੋੜਾਂ, ਕਰੋੜਿੰ ਬਹੁ ਬਚਨ, ਕਰੋੜਾਂ ਹੀ ਕਹੋ ਚੱਲਦੇ ਨੇ, ਪਰ ਇਹਨਾਂ ਦੇ ਚੱਲਣ ਦਾ ਅੰਤ ਕੋਈ ਨਹੀਂ। ਚੱਲ ਰਹੇ ਨੇ ਸਰਕਲ ਦੇ ਵਿੱਚ, ਆਪੋ ਆਪਣੀ ਗਤੀ ਜੋ ਮਹਾਰਾਜ ਨੇ ਇਹਨਾਂ ਨੂੰ ਦਿੱਤੀ ਹੈ ਉਸ ਗਤੀ ਦੇ ਮੁਤਾਬਕ ਚੱਲ ਰਹੇ ਨੇ। ਮਹਾਰਾਜ ਕਹਿੰਦੇ ਭੈ ਵਿੱਚ ਸਿੱਧ ਬੁੱਧ ਸੁਰਨਾਥ, ਜਿਹੜੇ ਸਿੱਧ ਨੇ ਭਾਵ ਪੁੱਗੇ ਹੋਏ ਨੇ, ਆਪਣੀ ਮੰਜ਼ਿਲ ਤੇ ਪਹੁੰਚੇ ਹੋਏ ਨੇ, ਉਹ ਵੀ ਉਹਦੇ ਭੈ 'ਚ ਨੇ। ਬੁੱਧ ਦਿਮਾਗਦਾਰ ਬੰਦੇ, ਬੁੱਧਵਾਨ, ਉਹ ਵੀ ਉਹਦੇ ਭੈ 'ਚ ਨੇ। ਸੁਰ ਦੇਵਤੇ ਵੀ ਆਪਣੀ ਮਰਜ਼ੀ ਨਹੀਂ ਕਰ ਸਕਦੇ, ਉਹ ਵੀ ਉਹਦੇ ਭੈ 'ਚ ਨੇ। ਨਾਥ, ਬੜੇ ਬੜੇ ਜੋਗੀ ਨਾਥ, ਉਹ ਵੀ ਉਹਦੇ ਭੈ 'ਚ ਨੇ। ਉਹਦੇ ਭੈ ਦੇ ਵਿੱਚ ਤਾਂ ਸਾਧ ਸੰਗਤ ਜੀ ਸਾਰੇ ਸੰਸਾਰ ਚੱਲ ਰਿਹਾ ਹੈ। ਭੈ ਵਿੱਚ ਆਡਾਣੇ ਆਕਾਸ਼, ਆਡਾਣੇ ਭਾਵ ਅੱਡੇ ਹੋਏ, ਇਹ ਤਾਰਿਆਂ ਸੂਰਜਾਂ ਨਾਲ ਭਰਿਆ ਹੋਇਆ ਅੱਡਿਆ ਹੋਇਆ ਆਕਾਸ਼ ਵੀ ਉਹਦੇ ਭੈ 'ਚ ਖੜਾ ਹੈ। ਨਹੀਂ ਤਾਂ ਸਾਰੇ ਤਾਰੇ ਟੁੱਟ ਟੁੱਟ ਕੇ ਡਿੱਗ ਪਣ, ਇਹ ਸੂਰਜ ਕਿੱਦਾਂ ਦਾ ਮਤਲਬ ਡਿੱਗ ਪੈਂਦਾ। ਇਹ ਜਿਹੜਾ ਹੈ ਅੱਡਿਆ ਹੋਇਆ ਆਕਾਸ਼ ਉਹਦੇ ਭੈ 'ਚ ਹੀ ਖੜਾ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਇਹ ਸਾਧ ਸੰਗਤ ਜੀ ਬੜੇ ਬੜੇ ਯੋਧੇ ਮਹਾਬਲੀ ਸੂਰਮੇ, ਇਹ ਵੀ ਉਹਦੇ ਭੈ 'ਚ ਨੇ। ਨਹੀਂ ਤਾਂ ਇਹ ਕਿਸੇ ਨੂੰ ਮਰਜ਼ੀ ਮਾਰ ਦੇਣ, ਕਿਸੇ ਮਰਜ਼ੀ ਨੂੰ ਕੋਈ ਨੁਕਸਾਨ ਪਹੁੰਚਾ ਦੇਣ, ਪਰ ਨਹੀਂ, ਇਹ ਵੀ ਉਹਦੇ ਭੈ 'ਚ ਨੇ। ਜਿਹਦੇ ਹੱਥੋਂ ਸਾਡਾ ਲਿਖਿਆ ਹੋਇਆ ਉਹੀ ਸਾਡਾ ਨੁਕਸਾਨ ਕਰ ਸਕਦਾ। ਚੌਥੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਇਹ ਜਿਹੜੇ ਸੁਲਤਾਨ ਰਾਜੇ ਨੇ ਸਾਰੇ ਉਹਦੇ ਹੁਕਮ 'ਚ ਚੱਲਦੇ ਨੇ, ਉਹਦੇ ਭੈ 'ਚ ਨੇ। ਭੈ ਵਿੱਚ ਆਵੈਂ ਜਾਵੈਂ ਪੂਰ। ਸਾਧ ਸੰਗਤ ਜੀ, ਪੂਰ ਮੈਨੇ ਹੁੰਦਾ ਇੱਕ, ਜਿਵੇਂ ਬੇੜੀ 'ਚ ਇੱਕ ਵਕਤ ਬੈਠਾ ਹੋਇਆ ਮਨੁੱਖਾਂ ਦਾ ਟੋਲਾ, ਜਾਂ ਜਿਵੇਂ ਪਹਿਲਾਂ ਪਕੌੜੇ ਬਣਾਉਂਦੇ ਸੀ, ਗੁਲਗੁਲੇ ਪਕਾਉਂਦੇ ਸੀ ਕੜਾਹੀ ਦੇ ਵਿੱਚ, ਜਿਹੜੇ ਇੱਕ ਵਾਰੀ ਜਿੰਨੇ 10 20 15 40 ਗੁਲਗੁਲੇ ਪਾਤੇ, ਉਹਨੂੰ ਕਹਿੰਦੇ ਸੀ ਵੀ ਇੱਕ ਪੂਰ ਪੱਕ ਗਿਆ। ਬੇੜੀ ਦੇ ਵਿੱਚ ਜਿੰਨੇ ਮਨੁੱਖਾਂ ਨੂੰ ਬੈਠ ਕੇ ਇੱਕ ਵਾਰੀ ਪਾਰ ਲੰਘਾ ਜਾਂਦਾ, ਉਹਨੂੰ ਕਹਿੰਦੇ ਬੇੜੀ ਦਾ ਪੂਰ ਹੈ, ਭਾ ਮਨੁੱਖਾਂ ਦੇ ਟੋਲੇ। ਇੱਥੇ ਪੂਰ ਦਾ ਮਤਲਬ ਹੈ ਵੀ ਆਪਾਂ ਦੇਖੋ ਹਜ਼ਾਰਾਂ ਬੰਦੇ ਜੀਵ ਸੰਸਾਰ 'ਚ ਮਰ ਰਹੇ ਨੇ, ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ 'ਚ ਰੋਜ਼ ਮਰਦੇ ਨੇ, ਲੱਖਾਂ ਦੀ ਗਿਣਤੀ 'ਚ ਰੋਜ਼ ਜੰਮਦੇ ਨੇ। ਆਵੈਂ ਜਾਵੈਂ ਪੂਰ, ਇਹ ਮਨੁੱਖਾਂ ਦੇ ਪੂਰ, ਲੱਖਾਂ ਕਰੋੜਾਂ ਬੰਦਿਆਂ ਦੇ ਪੂਰ ਇੱਥੋਂ ਜਾਂਦੇ ਨੇ ਤੇ ਲੱਖਾਂ ਦੀ ਆ ਜਾਂਦੇ ਨੇ। ਭਾਵ ਇਹ ਵੀ ਸਾਰੇ ਉਹਦੇ ਡਰ 'ਚ ਨੇ। ਜਿਵੇਂ ਹੁਕਮ ਕਰਦਾ ਜਾਓ ਤੁਸੀਂ ਆ ਫਲਾਣੀ ਜੂਨ 'ਚ ਜਾਓ, ਫਲਾਣੇ ਘਰ 'ਤੇ ਜਾ ਕੇ ਜਨਮ ਲਓ, ਉਸੇ ਤਰ੍ਹਾਂ ਹੀ ਫਿਰ ਇਹ ਜਿਹੜੇ ਪੂਰ ਨੇ ਜੰਮਦੇ ਨੇ, ਆਉਂਦੇ ਨੇ, ਜਾਂਦੇ ਨੇ। ਸਗਲਿਆਂ ਭਾਉ ਲਿਖਿਆ ਸਿਰਲੇਖ, ਸਗਲਿਆਂ ਸਾਰਿਆਂ ਦੇ ਮੱਥੇ ਦੇ ਉੱਤੇ, ਸਾਰਿਆਂ ਦੇ ਸਿਰ ਦੇ ਉੱਤੇ ਇਹ ਮਤਲਬ ਲੇਖ ਲਿਖਿਆ, ਡਰ ਦਾ ਲੇਖ ਲਿਖਿਆ ਹੋਇਆ।
ਕੋਈ ਮਨੁੱਖ ਡਰ ਤੋਂ ਬਿਨਾ ਨਹੀਂ ਹੈ। ਕੇਵਲ ਤੇ ਕੇਵਲ ਬ੍ਰਹਮ ਗਿਆਨੀ, ਧਰਮੀ ਬੰਦਾ ਜਾਂ ਪਰਮਾਤਮਾ, ਕਿਉਂਕਿ ਉਹ ਤਾਂ ਹੁੰਦਾ ਨਿਰਭਉ ਜਪੈ ਸਗਲ ਭਉ ਮਿਟੈ। ਉਹ ਨਿਰਭੈ ਨੂੰ ਜਪ ਕੇ ਉਹ ਜਿਹੜਾ ਹੈ ਉਹ ਵੀ ਨਿਰਭਉ ਹੋ ਜਾਂਦਾ। ਸਾਰਿਆਂ ਦੇ ਮੱਥੇ ਤੇ ਜਿੰਨੇ ਆਕਾਰ ਨੇ, ਸਾਰਿਆਂ ਦੇ ਮੱਥੇ ਦੇ ਉੱਤੇ, ਸਾਰਿਆਂ ਦੇ ਸਿਰ ਦੇ ਉੱਤੇ ਇਹ ਭਉ ਰੂਪੀ ਲੇਖ ਲਿਖਿਆ ਹੋਇਆ ਹੈ। ਹਾਂ, ਧਰਮੀ ਬੰਦਿਆਂ ਦੇ ਵੀ ਮੱਥੇ ਉਹਨਾਂ ਦੇ ਹੈਗਾ ਨਿਰਮਲ ਭਉ, ਨਿਰਮਲ ਭੈ ਉਹਨਾਂ ਤੇ ਲਿਖਿਆ ਹੋਇਆ। ਗਰੀਬ ਨਵਾਜ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਸਚ ਏਕ। ਹੈ ਨਾਨਕ, ਜਿਹੜਾ ਨਿਰੰਕਾਰ ਹੈ, ਜਿਹੜਾ ਸਦੀਵੀ ਰਹਿਣ ਵਾਲਾ ਇੱਕੋ ਇੱਕ ਨਿਰੰਕਾਰ ਹੈ, ਆਕਾਰ ਰਹਿਤ ਹੈ, ਉਹ ਨਿਰਭਉ ਹੈ। ਬਾਕੀ ਸਾਰਿਆਂ ਦੇ ਸਿਰ ਤੇ ਜਿਹੜਾ ਹੈ ਭਉ ਰੂਪੀ ਲੇਖ ਲਿਖਿਆ ਹੋਇਆ। ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਦ੍ਰਿਸ਼ਟੀ ਆ। ਧੰਨ ਹੈ ਮੇਰੇ ਸਤਿਗੁਰੂ, ਤੇਰੀ ਦ੍ਰਿਸ਼ਟੀ ਕਿੱਥੇ ਤੱਕ ਪਹੁੰਚੀ ਆ। ਧੰਨ ਹੈ ਗਰੀਬ ਨਵਾਜ, ਸਾਨੂੰ ਤਾਂ ਸਿਰਫ ਇੱਥੇ ਤੱਕ ਇਹ ਦੀਂਦਾ। ਮਹਾਰਾਜ ਤੈਨੂੰ ਤਾਂ ਕਿਤੇ ਖੰਡਾਂ ਬ੍ਰਹਮੰਡਾਂ ਪਤਾ ਨਹੀਂ ਕਿੱਥੇ ਕਿੱਥੇ ਤੱਕ ਦਿਸ ਰਿਹਾ। ਮਹਿਲਾ ਪਹਿਲਾ। ਅਗਲੇ ਸ਼ਲੋਕ ਦੇ ਵਿੱਚ ਮਹਾਰਾਜ ਫਰਮਾ ਰਹੇ ਨੇ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਇਹ ਕੰਨ ਤੇ ਨਾ ਨੰਨੇ ਦੇ ਪੈਰ 'ਚ ਹਲੰਤ ਚਿੰਨ੍ਹ ਲੱਗਿਆ ਹੋਇਆ, ਭਾਵ ਹਾਹਾ। ਇਹਨੂੰ ਕੰਨ ਨਹੀਂ ਪੜ੍ਹਨਾ। ਕੰਨ ਤਾਂ ਇਹ ਹੋ ਜਾਏਗਾ ਸਾਡਾ ਸੁਣਨ ਵਾਲਾ ਜਿਹੜਾ ਗਿਆਨ ਇੰਦਰ ਹੈ, ਫਿਰ ਤਾਂ ਇਹ ਹੋ ਜਾਏਗਾ। ਇਹਨੂੰ ਪੜਾ ਕੰਨ, ਕੰਨ ਮੈਨੇ ਕਾਨ, ਭਾਵ ਕ੍ਰਿਸ਼ਨ ਜੀ। ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨਚੈ ਮੰਗਤੇ, ਗਿੜ ਮੁੜ ਪੂਰਾ ਤਾਲ, ਬਾਜ਼ਾਰੀ ਬਾਜ਼ਾਰ ਮੈਂ। ਇਹ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਗਾਵੇਂ ਰਾਜੇ ਰਾਣੀਆਂ, ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ। ਟਕਿਆਂ, ਟਕਿਆ ਨਹੀਂ ਟਕਿਆਂ, ਆੜੇ ਨੂੰ ਕੰਨਾ ਬਿੰਦੀ ਲਾ ਕੇ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ, ਸੇ ਤਨ ਹੋਵੈ ਸ਼ਾਰ, ਗਿਆਨ ਨਾ ਗਲਿੰ। ਇਹ ਬਿੰਦੀ ਲਾ ਕੇ ਬੋਲਣਾ। ਇੱਕ ਸਾਧ ਸੰਗਤ ਜੀ ਇਸ ਸ਼ਬਦ ਦਾ ਉਚਾਰਨ ਧਿਆਨ ਨਾਲ ਦੇਣਾ। ਆਮ ਕਰਕੇ ਬਹੁਤ ਸਾਰੇ ਰਾਗੀ ਢਾਡੀ ਪਾਠੀ ਇਹਨੂੰ ਗੱਲੀ ਪੜ੍ਹ ਦਿੰਦੇ ਨੇ। ਗਿਆਨ ਨਾ ਗੱਲੀ ਢੂੰਡੀ ਹੈ, ਗੱਲਿੰ ਬਹੁ ਬਚਨ। ਗਿਆਨ ਨਾ ਗੱਲਿੰ ਢੂੰਡੀ ਹੈ, ਮੂਰਲੇ ਢੱਡੇ ਦੇ ਉੱਤੇ ਬਿੰਦੀ ਲਾ ਕੇ, ਢੂੰਡੀਆ ਨਹੀਂ ਢੂੰਡੀਐ। ਗਿਆਨ ਨਾ ਗੱਲਿੰ ਢੂੰਡੀਐ, ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਇਸ ਸ਼ਲੋਕ ਦੇ ਵਿੱਚ ਸਤਿਗੁਰੂ ਸੰਸਾਰ ਦੇ ਲੋਕਾਂ ਦਾ ਵਰਤਵਾਰਾ ਦੱਸ ਰਹੇ ਨੇ। ਨਾਨਕ ਨਿਰਭਉ ਨਿਰੰਕਾਰ। ਹੈ ਨਾਨਕ, ਜਿਹੜਾ ਉਹ ਆਕਾਰ ਤੋਂ ਰਹਿਤ ਪਰਮਾਤਮਾ, ਉਹ ਨਿਰਭਉ ਹੈ। ਉਹਨੂੰ ਕਿਸੇ ਦਾ ਵੀ ਡਰ ਨਹੀਂ, ਕਿਉਂਕਿ ਉਹ ਸਭ ਤੋਂ ਵੱਡਾ ਹੈ। ਸਾਨੂੰ ਆਪ ਤੋਂ ਵੱਡੇ ਦਾ ਡਰ ਹੈ ਨਾ। ਜੇ ਕਲਰਕ ਹੈ ਉਹਨੂੰ ਚਪੜਾਸੀ ਦਾ ਡਰ ਨਹੀਂ, ਉਹਨੂੰ ਆਪਣੇ ਸੁਪਰਡੈਂਟ ਦਾ ਡਰ ਹੈ। ਸੁਪਰਡੈਂਟ ਨੂੰ ਆਪਣੇ ਜਿਹੜਾ ਹੈ ਉੱਪਰ ਸੁਪਰਵਾਈਜ਼ਰ ਦਾ ਡਰ ਹੈ। ਉਹਨੂੰ ਅੱਗੇ ਉੱਪਰ ਉਹ ਜਿਹੜਾ PCS ਅਧਿਕਾਰੀ ਹੈ ਉਹਦਾ ਡਰ ਹੈ। PCS ਨੂੰ ਅੱਗੇ IS ਅਧਿਕਾਰੀ ਦਾ ਡਰ ਹੈ। ਅੱਗੇ ਉਹਨੂੰ ਮੰਤਰੀ ਦਾ ਡਰ ਹੈ। ਮੰਤਰੀ ਨੂੰ ਅੱਗੇ ਮੁੱਖ ਮੰਤਰੀ ਦਾ, ਅੱਗੇ ਇਸ ਤਰ੍ਹਾਂ ਡਰ ਚੱਲਦਾ ਰਹਿੰਦਾ। ਹੁਣ ਉਹ ਪਰਮਾਤਮਾ ਸਭ ਤੋਂ ਵੱਡਾ ਹੈ। ਉਹ ਇਸ ਕਰਕੇ ਨਿਰਭਉ ਹੈ। ਨਾਲੇ ਉਹ ਆਪਣੇ ਆਪੇ ਤੋਂ ਥੋੜ੍ਹਾ ਡਰਦਾ ਕੋਈ। ਅਸੀਂ ਤਾਂ ਸਾਰਾ ਉਹਦਾ ਆਪਾ ਆਪੇ ਹਾਂ, ਅਸੀਂ ਉਹਦੇ ਅੰਗ ਹਾਂ ਇੱਕ ਤਰ੍ਹਾਂ ਦੇ। ਹੈ ਨਾਨਕ, ਜਿਹੜਾ ਨਿਰੰਕਾਰ ਹੈ ਉਹ ਨਿਰਭਉ ਹੈ। ਉਹ ਤੋਂ ਇਲਾਵਾ ਹੋਰ ਕੇਤੇ ਰਾਮ ਰਵਾਲ। ਕੇਤੇ ਮਨ ਕਿੰਨੇ ਤੁਸ਼, ਕਿ ਹੋਰ ਰਾਰੇ ਨੂੰ ਸਿਹਾਰੀ ਲਾਈ ਆ ਸਤਿਗੁਰੂ ਨੇ ਬਹੁ ਬਚਨ। ਕੇਤੇ ਜੇ ਇੱਕ ਬਚਨ ਹੁੰਦਾ ਤਾਂ ਫਿਰ ਇਹ ਰਾਰੇ ਨੂੰ ਔਂਕੜ ਲਾਉਣਾ ਸੀ ਤੇ ਉੱਥੇ ਕੇਤਾ ਪਾਉਣਾ ਸੀ। ਹੋਰ ਕਹਿੰਦੇ ਕਿੰਨੀ ਇਹ ਰਵਾਲ ਬਣੇ, ਸ਼ਾਰ ਮਿੱਟੀ ਧੂੜ। ਹੋਰ ਕਿੰਨੀ ਇਹ ਰਾਮ ਦੇ ਸਰੂਪ ਇੱਕ ਮਿੱਟੀ ਵਰਗੇ ਤੁੱਛ ਨੇ। ਕੱਲਾ ਉਹੀ ਹੈ ਜਿਹੜਾ ਨਿਰਭਉ ਹੈ, ਬਾਕੀ ਤਾਂ ਸਾਰੇ ਤੁੱਛ ਨੇ। ਕੇਤੀਆਂ ਕੰਨ ਕਹਾਣੀਆਂ, ਕਿ ਇੱਥੇ ਕਾਨ ਕ੍ਰਿਸ਼ਨ ਦੀਆਂ ਕਿੰਨੀਆਂ ਕਹਾਣੀਆਂ ਨੇ। ਰਾਸ ਧਾਰੀਏ ਕਿੰਨੀਆਂ ਕਹਾਣੀਆਂ ਪਾਉਂਦੇ ਨੇ। ਕਿੰਨੀ ਉਹਦਾ ਜਿਹੜਾ ਹੈ ਮਤਲਬ ਜਿਹੜਾ ਜਸ ਗਾਇਆ ਜਾਂਦਾ। ਕੇਤੇ ਵੇਦ ਵਿਚਾਰ, ਕਿੰਨੀ ਵੇਦਾਂ ਦੇ ਵਿਚਾਰ ਨੇ, ਗਿਆਨ ਦੇ ਵਿਚਾਰ ਨੇ ਇੱਥੇ। ਕਿੰਨੇ ਭਾਵ ਕੋਈ ਅੰਤ ਨਹੀਂ ਹੈਗਾ। ਕੇਤੇ ਨਚੈ ਮੰਗਤੇ, ਗਿੜਮੜ ਪੂਰਾ ਤਾਲ। ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਕਿੰਨੀ ਰਾਸ ਧਾਰੀਏ ਮੰਗਤੇ ਬਣ ਬਣ ਕੇ ਨੱਚ ਰਹੇ ਨੇ।
ਕਿੰਨੀ ਮੰਗਤੇ ਨੱਚ ਰਹੇ ਨੇ ਰਾਸ ਧਾਰੀਏ, ਮੰਗਤੇ ਬਣ ਬਣ ਕੇ ਗਿੜਮੁੜ ਮੂਰਾ ਪੂਰਾ ਤਾਲ। ਮੰਗਣ ਦੇ ਵਾਸਤੇ ਉਹ ਭੁਆਟਣੀਆਂ ਲੈ ਲੈ ਕੇ ਤਾਲ ਪੂਰਦੇ ਨੇ, ਤਰ੍ਹਾਂ ਤਰ੍ਹਾਂ ਦੇ ਠੁਮਕੇ ਲਾ ਲਾ ਕੇ ਨਖਰੇ ਕਰ ਕਰਕੇ ਉਹ ਜਿਹੜਾ ਹੈ ਨੱਚਦੇ ਨੇ, ਤਾਲ ਪੂਰਦੇ ਨੇ। ਬਾਜ਼ਾਰੀ, ਬਾਜ਼ਾਰੀ ਮਨਾਂ ਦਾ ਮੰਗਤੇ ਰਾਸ ਧਾਰੀਏ, ਬਾਜ਼ਾਰੀ ਬਾਜ਼ਾਰ ਮੈਂ। ਇਹ ਜਿਹੜੇ ਬਾਜ਼ਾਰੀ ਭਾਵ ਰਾਸ ਧਾਰੀਏ ਨੇ ਬਾਜ਼ਾਰ ਦੇ ਵਿੱਚ ਆ ਕੇ ਆਏ ਕੱਢਾਂ ਬਾਜ਼ਾਰ। ਕੱਢਾਂ ਬਾਜ਼ਾਰ ਦਾ ਮਤਲਬ ਦਿਖਾਵਾ ਕਰਦੇ ਨੇ ਆਪਣੀ ਕਲਾ ਦਾ। ਉਹ ਸਾਰੇ ਆਪਣੀ ਕਲਾ ਦਾ ਦਿਖਾਵਾ ਕਰਦੇ ਨੇ ਆ ਕੇ ਬਾਜ਼ਾਰ ਦੇ ਵਿੱਚ ਆ ਕੇ ਭਾਵ ਮੰਗਣ ਵਾਸਤੇ। ਮਹਾਰਾਜ ਜੀ ਇਹ ਫਰਮਾਉਂਦੇ ਨੇ ਕਿ ਭਾਈ ਦੇਖੋ, ਮਹਾਰਾਜ ਕਹਿੰਦੇ ਨੇ ਰੋਟੀਆਂ ਕਾਰਨ ਪੂਰਾ ਤਾਲ। ਰੋਟੀਆਂ ਦੇ ਕਾਰਨ ਤਾਲ ਪੂਰਿਆ ਜਾ ਰਿਹਾ। ਇਹ ਭਗਤੀ ਤਾਂ ਹਮੇਸ਼ਾ ਜਿਹੜੇ ਅੰਦਰ ਪ੍ਰੇਮਾ ਭਗਤੀ ਹੈ ਉਹ ਤਾਂ ਹਮੇਸ਼ਾ ਲੁਕ ਕੇ ਛੁਪ ਕੇ ਕੀਤੀ ਜਾਂਦੀ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੀ ਛੁਪੇ ਰਹਿਣ ਦੀ ਚਾਹ। ਜਿਹੜਾ ਭਗਤ ਹੈ ਉਹ ਤਾਂ ਹਮੇਸ਼ਾ ਆਪਣੇ ਆਪ ਨੂੰ ਛੁਪਾਊਗਾ। ਜਿਹੜਾ ਕੋਈ ਮੇਰੇ ਵਰਗਾ ਡਰਾਮੇਬਾਜ਼ ਹੈ ਉਹ ਫਿਰ ਲੋਕਾਂ ਨੂੰ ਦਿਖਾ ਦਿਖਾ ਕੇ ਮਾਲਾ ਘਮਾਊਗਾ, ਲੋਕਾਂ ਦੇ ਜਿਹੜਾ ਹੈ ਪਹਿਰਾਵਾ ਪਾ ਕੇ ਲੋਕਾਂ ਨੂੰ ਜਿਹੜਾ ਹੈ ਠੱਗਣ ਦਾ ਯਤਨ ਕਰੂਗਾ, ਮੋਹਣ ਦਾ ਯਤਨ ਕਰੂਗਾ। ਬਾਜ਼ਾਰੀ ਇਹ ਰਾਸ ਧਾਰੀਏ ਮੰਗਤੇ ਬਾਜ਼ਾਰ ਦੇ ਵਿੱਚ ਆ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਨੇ, ਵਿਖਾਵਾ ਕਰਦੇ ਨੇ। ਆਏ ਕੱਢਾਂ ਬਾਜ਼ਾਰ। ਫਿਰ ਗਾਵੇਂ ਰਾਜੇ ਰਾਣੀਆਂ, ਉਹ ਰਾਜੇ ਰਾਣੀਆਂ ਦੇ ਸਵਾਂਗ ਬਣਾ ਕੇ ਰਾਜੇ ਰਾਣੀਆਂ ਨੂੰ ਦੇ ਜਿਹੜਾ ਉਹ ਗਾਉਂਦੇ ਨੇ ਉਹ ਕਿ ਹਾਂ ਜੀ ਕੋਈ ਆ ਪ੍ਰਿਥੀ ਚੰਦ ਹੋਇਆ ਜੀ, ਆ ਫਲਾਣਾ ਹੋਇਆ ਜੀ, ਧਿਮਕਾ ਹੋਇਆ, ਉਹਨਾਂ ਦੇ ਸਵਾਂਗ ਰਚ ਕੇ ਫਿਰ ਉਹ ਜਿਹੜਾ ਹੈ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ। ਬੋਲਾਂ ਆਲ ਪਤਾਲ ਲੋਕਾਂ ਨੂੰ ਹਸਾਉਣ ਵਾਸਤੇ ਜਿਹੜਾ ਊਲ ਜਲੂਲ ਬੋਲਦੇ ਨੇ ਉਹ ਰਾਜੇ ਰਾਣੀਆਂ ਦੇ ਸਵਾਂਗ ਦੇ ਵਿੱਚ ਉਹ ਇੱਕ ਦੂਜੇ ਨੂੰ ਇਹੋ ਜਿਹੀਆਂ ਗੱਲਾਂ ਕਰਾਉਂਦੇ ਤਾਂ ਕਿ ਲੋਕ ਹੱਸਣ, ਖੁਸ਼ ਹੋਣ। ਜੇ ਖੁਸ਼ ਹੋਣਗੇ ਤਾਂ ਹੀ ਚਾਰ ਦਮੜੇ ਦੇਣਗੇ ਉਹਨਾਂ ਨੂੰ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਉਹਨਾਂ ਨੇ ਸਵਾਂਗੀਆਂ ਨੇ ਭਾਵ ਬੜੇ ਲੱਖ ਟਕਿਆਂ ਕੇ ਭਾਵ ਬੇਸ਼ ਕੀਮਤੀ, ਬਹੁਤ ਕੀਮਤੀ। ਕੰਨਾਂ ਦੇ ਵਿੱਚ ਮੁੰਦੇ ਪਾਏ ਹੁੰਦੇ ਨੇ, ਗਲ 'ਚ ਹਾਰ ਪਾਏ ਹੁੰਦੇ ਨੇ। ਮਹਾਰਾਜ ਕਹਿੰਦੇ ਜਿਤ ਤਨ ਪਾਈਆਂ ਨਾਨਕਾ ਸੇ ਤਨ ਹੋਵੇਂ ਸ਼ਾਰ। ਜਿਹੜੇ ਤਨ ਦੇ ਉੱਤੇ ਇਹ ਪਾਏ ਜਾਂਦੇ ਨੇ ਨਾ ਗਹਿਣੇ, ਇਹ ਮੁੰਦੇ ਜਾਂ ਹਾਰ, ਉਹ ਮਹਾਰਾਜ ਕਹਿੰਦੇ ਉਹ ਤਾਂ ਤਨ ਵੀ ਸਵਾਹ ਹੋ ਜਾਣੇ ਨੇ ਭਾਈ। ਇਹਨਾਂ ਦਾ ਸਦੀਵੀ ਕੀ ਰਹਿਣਾ ਹੈ, ਜਿਹੜੇ ਤਨ ਤੇ ਪਾਏ ਜਾਂਦੇ ਨੇ ਉਹ ਤਨ ਵੀ ਸਵਾਹ ਹੋ ਜਾਣਾ। ਇਹ ਸਦੀਵੀ ਨਹੀਂ ਹੈਗਾ। ਗਿਆਨ ਨਾ ਗੱਲੀ ਢੂੰਢੀਐ ਕਥਨਾ ਕਰੜਾ ਸਾਰ। ਗਿਆਨ ਨੰਨੇ ਨੂੰ ਔਂਕੜ ਲਾ ਰੱਖਿਆ ਹੈ, ਭਾਵ ਪਰਮਾਤਮਾ ਦਾ ਗਿਆਨ, ਭਾਵ ਬ੍ਰਹਮ ਦਾ ਗਿਆਨ, ਤਤ ਗਿਆਨ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਪਰਮਾਤਮਾ ਦਾ ਗਿਆਨ ਹੈ ਇਹ ਗੱਲਾਂ ਨਾਲ ਨਹੀਂ ਲੱਭਿਆ ਜਾਂਦਾ ਕਿ ਮੇਰੇ ਵਰਗਾ ਕੋਈ ਚਾਰ ਕਿਤਾਬਾਂ ਪੜ੍ਹ ਕੇ ਕਹੇ ਜੀ ਹਾਂ ਜੀ ਮੈਂ ਤਾਂ ਗਿਆਨੀ ਬਣ ਗਿਆ। ਜਿਵੇਂ ਅੱਜ ਕੱਲ੍ਹ ਚੱਲਿਆ ਹੋਇਆ ਸਾਧ ਸੰਗਤ ਜੀ ਚਾਰ ਕਿਤਾਬਾਂ ਪੜ੍ਹਦੀਆਂ, ਕੋਈ ਪ੍ਰੋਫੈਸਰ ਦੀ ਕਿਸੇ ਸਕਾਲਰ ਦੀ ਡਿਗਰੀ ਲੈ ਲਈ, ਬਸ ਫਿਰ ਉਹ ਊਲ ਜਲੂਲ ਬੋਲੀ ਜਾਂਦੇ ਨੇ। ਮਹਾਰਾਜ ਕਹਿੰਦੇ ਗਿਆਨ ਇਹ ਗੱਲਾਂ ਨਾਲ ਨਹੀਂ ਲੱਭਿਆ ਜਾਂਦਾ। ਇਹ ਤਾਂ ਬਹੁਤ ਮੁਸ਼ਕਲ ਨਾਲ ਬੜਾ ਭਾਵ ਘਾਲਣੀ ਪੈਂਦੀ ਹੈ, ਮਸ਼ੱਕਤਾਂ ਘਾਲਣੀਆਂ ਪੈਂਦੀਆਂ ਨੇ, ਬੜੀ ਕਠਿਨ ਜਿਹੜੀ ਹੈ ਭਗਤੀ ਰੂਪੀ ਮਾਰਗ ਦੇ ਉੱਤੇ ਚੱਲਣਾ ਪੈਂਦਾ ਹੈ। ਕਰੜਾ ਸਾਰ ਇਹ ਤਾਂ ਲੋਹੇ ਵਰਗਾ ਕਰੜਾ ਹੈ, ਭਾਵ ਬਹੁਤ ਜ਼ਿਆਦਾ ਮਸ਼ੱਕਤਾਂ ਘਾਲਣੀਆਂ ਪੈਂਦੀਆਂ ਨੇ। ਸਾਧ ਸੰਗਤ ਜੀ ਜਿਹੜੇ ਮਹਾਂਪੁਰਖਾਂ ਨੂੰ ਗਿਆਨ ਹੈ ਨਾ, ਚਲੋ ਉਹਨਾਂ ਦੇ ਜੀਵਨ ਪੜ੍ਹਦੇ ਹਾਂ। ਸਾਧ ਸੰਗਤ ਜੀ ਕਿੰਨੇ ਕਿੰਨੇ ਘੰਟੇ ਲਗਾਤਾਰ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਉਹਨਾਂ ਨੇ ਬੰਦਗੀ ਕੀਤੀ ਹੈ। ਸਾਧ ਸੰਗਤ ਜੀ ਉਹਨਾਂ ਨੇ ਆਪਣੀਆਂ ਜਵਾਨੀਆਂ, ਹੁਣ ਬਾਬਾ ਦੀਪ ਸਿੰਘ ਜੀ ਦੀ ਆਪਾਂ ਗੱਲ ਕਰਦੇ ਹਾਂ, ਸਾਧ ਸੰਗਤ ਦੀ ਸਾਰੀ ਜਵਾਨੀਓ ਮਹਾਰਾਜ ਦੇ ਚਰਨਾਂ ਦੇ ਵਿੱਚ ਲਾਤੀ ਬਚਪਨ ਤੋਂ ਲੈ ਕੇ। ਜਦੋਂ ਗੁਰੂ ਮਹਾਰਾਜ ਹਜ਼ੂਰ ਸਾਹਿਬ ਨੂੰ ਚਲੇ ਗਏ, ਡਿਊਟੀ ਲਾ ਗਏ ਸੀ ਕਿ ਭਾਈ ਦੀਪ ਸਿਆਂ ਹੁਣ ਤੂੰ ਉਤਾਰੇ ਕਰਕੇ ਕਰਨੇ ਨੇ ਇਸ ਜਿਹੜਾ ਹੈ ਆਪਣਾ ਮਹਾਬਾਣੀ ਦੇ, ਆਦੀ ਬਾਣੀ ਦੇ। ਬਾਬਾ ਦੀਪ ਸਿੰਘ ਨੇ 4 ਉਤਾਰੇ ਕੀਤੇ ਨੇ। ਫਿਰ ਸਾਧ ਸੰਗਤ ਜੀ ਇਹਨਾਂ 4 ਉਤਾਰਿਆਂ ਤੋਂ ਇਲਾਵਾ ਫਾਰਸੀ ਦੇ ਵਿੱਚ ਵੀ ਉਹਨਾਂ ਨੇ ਉਤਾਰਾ, ਅਰਬੀ ਭਾਸ਼ਾ ਦੇ ਵਿੱਚ ਵੀ ਉਤਾਰੇ ਕੀਤੇ ਨੇ। ਬਾਬਾ ਜੀ ਦੀ ਹੈਂਡ ਰਾਈਟਿੰਗ ਬਹੁਤ ਸੁੰਦਰ ਹੈ। ਤਾਂ ਜਾ ਕੇ ਐਡਾ ਵੱਡਾ ਮਰਾਤਬਾ ਜਿਹੜਾ ਹੈ ਪ੍ਰਾਪਤ ਹੋਇਆ ਕਿ ਬਿਨਾਂ ਧੜ ਤੋਂ ਲੜਨਾ। ਆਪਣੇ ਵਰਗੇ ਤਾਂ ਨਾ ਕਿਤੇ ਉਂਗਲ 'ਤੇ ਵੀ ਕੋਈ ਮੜਾ ਚਾਕੂ ਲੱਗ ਜੇ, ਆਪਾਂ ਉਹ ਉਂਗਲ ਨੂੰ ਫੜ ਕੇ ਵਹਿ ਨਾ ਲੜਾਈ ਤਾਂ ਦੂਰ, ਕਿਤੇ ਦੂਰ ਦੀ ਗੱਲ ਹੈ।
ਹੁਣ ਬਿਨਾਂ ਸਿਰ ਤੋਂ ਲੜਨਾ ਇਹ ਕਿਤੇ ਬਿਨਾਂ ਇਬਾਦਤ ਤੋਂ ਨਹੀਂ ਹੁੰਦਾ। ਬਹੁਤ ਜ਼ਿਆਦਾ ਬੰਦਗੀ ਭਾਵ ਸਾਰੀ ਦੀ ਸਾਰੀ ਜਵਾਨੀ ਗੁਰੂ ਦੇ ਲੇਖੇ ਲਾਈ ਹੈ। ਬਾਬਾ ਮਨੀ ਸਿੰਘ ਜੀ ਨੇ ਦੇਖੋ ਸਾਧ ਸੰਗਤ ਦੀ ਸਾਰੀ ਜ਼ਿੰਦਗੀ ਗੁਰੂ ਚਰਨਾਂ ਦੇ ਵਿੱਚ ਬਤੀਤ ਕੀਤੀ ਆ, ਮਾਤਾਵਾਂ ਦੀਆਂ ਸੇਵਾ ਦੇ ਵਿੱਚ ਲਾਈ ਹੈ, ਲੇਖੇ ਲਾਤੀ ਗੁਰੂ ਕੇ ਲੇਖੇ। ਤਾਂ ਹੀ ਐਡਾ ਵੱਡਾ ਗਿਆਨ ਹੋਇਆ, ਤਾਂ ਹੀ ਐਡਾ ਵੱਡੀ ਉੱਚੇ ਰੁਤਬੇ ਦੇ ਉੱਤੇ ਸੁਸ਼ੋਭਿਤ ਹੋਏ ਕਿ ਜਲਾਦ ਗੁੱਟ ਤੇ ਟੋਕਾ ਮਾਰ ਰਿਹਾ, ਉਹਨੂੰ ਕਦੇ ਨਹੀਂ ਭਾਈ ਆਪਣੇ ਮਾਲਕ ਦਾ ਹੁਕਮ ਮੰਨ, ਤੈਨੂੰ ਬੰਦ ਖੋਲਣ ਦਾ ਹੁਕਮ ਹੋਇਆ, ਤੂੰ ਮੇਰਾ ਇਹ ਗੁੱਟ ਕਿੰਨੇ ਤੂੰ ਬੰਦ ਛੱਡਤੇ, ਕੱਲਾ ਕੱਲਾ ਬੰਦ ਖੋਲ। ਇਹ ਸਾਧ ਸੰਗਤ ਜੀ ਇਹ ਹੈ ਕਰੜਾ ਸਾਰ, ਭਾਵ ਲੋਹੇ ਤੋਂ ਲੋਹੇ ਜਿੰਨਾ ਕਰੜਾ ਗਿਆਨ ਨੂੰ ਪ੍ਰਾਪਤ ਕਰਨਾ ਹੈ, ਭਾਵ ਬੜੀ ਸਖਤ ਮਿਹਨਤ ਕਰਨਾ ਕਰਦੇ ਨਾਲ ਮਿਲਦਾ। ਇਹ ਐਵੇਂ ਨਹੀਂ ਠੂੰ ਠੱਪ ਜੀ ਕਰ ਲਈ, ਨਿਤਨੇਮ ਜੀ ਕਰ ਲਿਆ, ਜਾਂ 2-4 ਵਾਰੀ ਵੈਗਰੂ ਕਰ ਲਿਆ, ਐ ਨਹੀਂ ਗੱਲ ਬਣਦੀ। ਇਹ ਤਾਂ ਫਿਰ ਸਾਰਾ ਸੌਣਾ ਜਾਗਣਾ ਖਾਣਾ ਪੀਣਾ ਹੱਸਣਾ ਬੋਲਣਾ ਸਭ ਉਹਦੇ ਸਮਰਪਿਤ ਕਰਨਾ ਪੈਂਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹੁਕਮ ਜਿਹਨੇ ਹੁਕਮ ਵੀ ਮੰਨ ਲਿਆ ਨਾ, ਦੇਖੋ ਗੁਰੂ ਧੰਨ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਸਿੱਖਾਂ ਨੂੰ ਕਿਹਾ ਕਿ ਇਹ ਹੁਣ ਜਿਹੜੇ ਤੁਹਾਡੇ ਗੁਰੂ ਨੇ ਰਾਮਦਾਸ ਨੇ, ਰਾਮਦਾਸ ਹੈ ਪੈਰੀਂ ਪਾਏ ਜੀਓ, ਵੀ ਇਹਨਾਂ ਦੇ ਪੈਰੀਂ ਹੱਥ ਲਾਓ। ਅੱਗੇ ਕਹਿੰਦਾ ਮੋਹਰੀ ਪੁੱਤ ਸਨਮੁਖ ਹੋਆ, ਜਿਹੜਾ ਉਹਨਾਂ ਦਾ ਪੁੱਤਰ ਸੀ ਮੋਹਰੀ ਉਹ ਸਨਮੁਖ ਹੋਇਆ, ਭਾਵ ਗੁਰੂ ਦਾ ਹੁਕਮ ਮੰਨਿਆ। ਹੁਕਮ ਮੰਨ ਕੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪੈਰਾਂ ਨੂੰ ਮੱਥਾ ਟੇਕਤਾ। ਹੁਕਮੇ ਮੰਨਿਆ, ਹੁਕਮ ਮੰਨਣ ਦੇ ਨਾਲ ਕਿੰਨੀਆਂ ਬਰਕਤਾਂ ਮਿਲੀਆਂ। ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਪੁੱਤਰਾ ਤੂੰ ਸਾਡਾ ਹੁਕਮ ਮੰਨਿਆ, ਕਿਸੇ ਦੀਆਂ 21 ਕੋਲਾਂ ਤਰਦੀਆਂ ਨੇ, ਕਿਸੇ ਦੀਆਂ 31 ਕੋਲਾਂ ਤਰਦੀਆਂ ਨੇ, ਜਾਂ ਤੇਰੀਆਂ ਸੈਂਕੜੇ ਕੋਲਾਂ ਤਾਰੀਆਂ, ਇੱਕ ਹੁਕਮ ਮੰਨਿਆ। ਜਦੋਂ ਪੜ੍ਹਦੇ ਹਾਂ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਤਾਂ ਉਹ ਜਗ੍ਹਾ ਕਹਿੰਦੇ ਸੈਂਕੜੇ ਕੋਲਾਂ ਹਜ਼ਾਰਾਂ ਕੋਲਾਂ ਨੂੰ ਵਰ ਦੇਤਾ, ਤੇਰੀਆਂ ਕੋਲਾਂ ਸਾਰੀਆਂ ਤਰ ਗਈਆਂ। ਕਿਆ ਕਮਾਲ ਹੈ। ਇਹ ਹੁਕਮ ਮੰਨਣ ਦੇ ਵਿੱਚ ਇੰਨੀ ਮਤਲਬ ਜਿਹੜਾ ਹੈ ਆਪਾਂ ਨੂੰ ਲਾਭ ਹੁੰਦਾ। ਗਰੀਬ ਨਵਾਜ਼ ਜੀ ਕਹਿੰਦੇ ਹੁਕਮ ਮੰਨਣਾ ਆਗਿਆ ਸਮ ਨਹੀਂ ਸਹਿਬ ਸੇਵਾ, ਉਹਦੀ ਆਗਿਆ ਕੀ ਹੈ? ਨਾਮ ਜਪਣਾ, ਸ਼ੁਭ ਕਰਮ ਕਰਨੇ, ਇਹੀ ਉਹਦੀ ਆਗਿਆ। ਹੁਕਮ ਮੰਨਣਾ ਹੈ ਤਾਂ ਬਹੁਤ ਔਖਾ, ਅਲਾਰਮ ਵੱਜਦਾ ਸਵੇਰੇ ਜਾਗਣ ਦਾ ਹੁਕਮ ਹੈ, ਪਰ ਸਾਧ ਸੰਗਤ ਜੀ ਕੋਈ ਵਿਰਲਾ ਟਾਵਾਂ ਸੂਰਮਾ ਉਹਦੀ ਕਿਰਪਾ ਸਦਕਾ ਉੱਠਦਾ, ਨਹੀਂ ਤਾਂ ਕਈ ਵਾਰੀ ਨੀਂਦ ਗਲਬਾ ਪਾ ਲੈਂਦੀ ਹੈ। ਚੱਲ ਯਾਰ 5 ਮਿੰਟ ਹੋਰ ਸੁਣਨੇ ਆ, ਉਹ ਫਿਰ ਵਿੱਚ ਹੀ ਕਈ ਵਾਰੀ ਦਿਨ ਚੜ੍ਹ ਜਾਂਦਾ। ਉਹ ਤੋਂ ਆਪਾਂ ਇਹੀ ਮੰਗੀਏ ਕਿ ਸਤਿਗੁਰੂ ਕਿਰਪਾ ਕਰੋ ਸਾਡੇ ਤੇ, ਅਸੀਂ ਤੇਰੇ ਹੁਕਮ ਦੇ ਵਿੱਚ ਰਹੀਏ, ਤੇਰੀ ਬੰਦਗੀ ਕਰੀਏ ਵੱਧ ਤੋਂ ਵੱਧ। ਹਾਂ ਇੱਕ ਇੰਨੀ ਕੁ ਕਿਰਪਾ ਕਰਦੇ ਮੇਰੇ ਦਾਤਿਆ, ਮੇਰੇ ਨਿਤਨੇਮ ਦੇ ਵਿੱਚ, ਮੇਰੇ ਨਾਮ ਬਣਦੇ ਅਭਿਆਸ ਦੇ ਵਿੱਚ ਮਠਿਆਸ ਪਾ ਦੇ, ਰਸ ਪਾ ਦੇ, ਤਾਂ ਕਿ ਮੈਂ ਇਸ ਲਾਲਚ ਦੇ ਵਿੱਚ ਲੱਗਿਆ ਰਹਾਂ। ਜਿਵੇਂ ਕੱਲ੍ਹ ਬਾਬਾ ਜੀ ਨੇ ਰਸਗੁੱਲਿਆਂ ਦੀ ਉਦਾਹਰਣ ਦਿੱਤੀ ਸੀ, ਜਿਹਨੂੰ ਫਿਰ ਜਿਹੜੀ ਗੱਲ 'ਚੋਂ ਰਸ ਆਉਂਦਾ ਫਿਰ ਉਹ ਬੰਦਾ ਵਾਰੀ ਉਹੀ ਗੱਲ ਕਰਦਾ। ਬੱਚਾ TV ਦੇਖ ਰਿਹਾ ਕਾਰਟੂਨ, ਉਹਨੂੰ ਉੱਧਰੋਂ ਰਸ ਆ ਰਿਹਾ, ਉਹ ਵਾਰੀ ਕਾਰਟੂਨ ਦੇਖਦਾ। ਜਦੋਂ ਸਾਨੂੰ ਨਾਮ ਦੇ ਵਿੱਚੋਂ ਰਸ ਆਵੇਗਾ ਫਿਰ ਅਸੀਂ ਵਾਰੀ ਨਾਮ ਜਪਾਂਗੇ। ਉਹ ਤਾਂ ਇਹ ਮੰਗਣਾ ਮੇਰੇ ਦਾਤਿਆ ਕਿਰਪਾ ਕਰ, ਹੁਣ ਤਰਸ ਕਰ, ਤੇਰੀ ਬੜੀ ਕਿਰਪਾ ਹੋਈ ਆ ਮਨੁੱਖਾ ਜਨਮ ਦਿੱਤਾ ਹੈ, ਤੇਰੀ ਬੜੀ ਕਿਰਪਾ ਹੋਈ ਆ ਗੁਰਸਿੱਖਾਂ ਦੇ ਘਰੇ ਜਨਮ ਦਿੱਤਾ ਹੈ, ਤੇਰੀ ਬੜੀ ਕਿਰਪਾ ਹੋਈ ਆ ਸਰੀਰ ਦੇ ਪੂਰੇ ਅੰਗ ਦਿੱਤੇ ਨੇ, ਤੇਰੀ ਬੜੀ ਕਿਰਪਾ ਹੋਈ ਆ ਸਤਿਗੁਰੂ ਘਰੇ ਖਾਣ ਜੋਗੇ, ਜਿਹੜਾ ਸੁੱਖ ਆਨੰਦ ਮਾਣਨ ਜੋਗੇ ਤੂੰ ਸਾਧਨ ਦਿੱਤੇ ਨੇ। ਦਾਤਿਆ ਹੁਣ ਜਿੱਥੇ ਇੰਨੀ ਕਿਰਪਾ ਕੀਤੀ ਆ ਨਾ, ਹੁਣ ਬਸ ਇੰਨੀ ਕੁ ਕਿਰਪਾ ਕਰ ਦੇ, ਤੇਰੀ ਇਹ ਨਾਮ ਬਾਣੀ ਮਿੱਠੀ ਲੱਗਣ ਲੱਗ ਜੇ, ਤੇਰਾ ਭਾਣਾ ਮਿੱਠਾ ਲੱਗਣ ਲੱਗ ਜੇ, ਐਸੀ ਰਹਿਮਤ ਕਰ। ਅੱਗੇ ਸਤਿਗੁਰੂ ਕਹਿੰਦੇ ਕਰਮ ਮਿਲਿਆ ਤਾਂ ਪਾਈ ਹੈ, ਹੋਰ ਹਿਕਮਤ ਹੁਕਮ ਖੁਆਰ। ਹਿਕਮਤ ਦੇ ਅੱਖਰੀ ਅਰਥ ਹੁੰਦੇ ਨੇ ਸਿਆਣਪ, ਇੱਥੇ ਹੈਗਾ ਚਤੁਰਾਈ, ਚਲਾਕੀ, ਹੁਜਤ। ਕਹਿੰਦੇ ਇਸ ਗਿਆਨ ਉਸ ਦੇ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ, ਨਹੀਂ ਹੋਰ ਸਿਆਣਪਾਂ ਨੇ ਜਿਹੜੀਆਂ, ਹੋਰ ਹੁਜਤਾਂ ਨੇ, ਹੁਕਮ ਕਰਦੇ ਆਪਾਂ, ਇਹ ਕਹਿੰਦੇ ਸਭ ਖੁਆਰੀ ਦਾ ਕਾਰਨ ਨੇ, ਇਹ ਖੁਆਰ ਕਰਦੇ ਨੇ ਬੰਦੇ ਨੂੰ। ਹਾਂ ਉਹਦੀ ਬਖਸ਼ਿਸ਼ ਹੋ ਜੇ। ਦੇਖੋ ਛੱਜੂ ਝੌਰ ਤੇ 8ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਉਹਨੇ ਕਿਹੜਾ ਕੋਈ ਵੇਦ ਪੜ੍ਹੇ ਸੀ ਵਿਚਾਰੇ ਨੇ, ਉਹਨੇ ਕਿਹੜਾ ਕੋਈ ਗ੍ਰੰਥ ਪੜ੍ਹੇ ਸੀ, ਕੋਈ ਆਸ਼ਰਮਾਂ 'ਚ ਜਾ ਕੇ ਕੋਈ ਉਹਨੇ ਬਹੁਤ ਸਾਲ ਲਾ ਕੇ ਕੋਈ ਵਿੱਦਿਆ ਪ੍ਰਾਪਤ ਕੀਤੀ ਸੀ। ਮਹਾਰਾਜ ਨੇ ਬਖਸ਼ਿਸ਼ ਕੀਤੀ, ਛਟੀ ਰੱਖੀ ਤੇ ਬੜੇ ਵਿਦਵਾਨਾਂ ਦੇ ਛੱਕੇ ਛਡਾ ਕੇ ਰੱਖਤੇ।
ਭਾਈ ਜੇਠਾ ਜੀ ਜਦੋਂ ਇਹ ਵਿਰੋਧੀਆਂ ਨੇ ਕਿਹਾ ਕਿ ਇਹਨਾਂ ਦੀ ਬਾਣੀ ਦੇ ਵਿੱਚ ਜਿਹੜਾ ਹੈ ਮਤਲਬ ਕੁਛ ਗਲਤ ਲਿਖਿਆ ਹੋਇਆ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ ਸੀ ਅਕਬਰ ਦੇ ਕੋਲ ਕਿ ਜਾ ਪੁਰਖਾ ਵੀ ਤਸੱਲੀ ਕਰਾਇਆ। ਤਾਂ ਭਾਈ ਜੇਠਾ ਜੀ ਹੱਥ ਜੋੜ ਕੇ ਖੜ ਗਏ, ਮਹਾਰਾਜ ਅਸੀਂ ਤਾਂ ਅਨਪੜ੍ਹ ਬੰਦੇ ਹਾਂ, ਸਾਨੂੰ ਕੀ ਆਉਂਦਾ। ਉਹ ਕਹਿੰਦੇ ਗੁਰਮੁਖਾ ਤੂੰ ਮੂਲ ਮੰਤਰ ਦਾ ਪਾਠ ਕਰਕੇ ਨਾ ਗੁਰੂ ਨਾਨਕ ਨੂੰ ਅੰਗ ਸੰਗ ਸਹਾਈ ਹੋ ਕੇ ਤੂੰ ਬਸ ਜੋ ਬੋਲੇਗਾ ਸਾਰੀਆਂ ਦੀਆਂ ਸਾਰੀਆਂ ਵਿਦਿਆਵਾਂ, ਇੱਕ ਵਿਦਿਆ ਨਹੀਂ ਸਾਧ ਸੰਗਤ ਜੀ, ਸਾਰੀਆਂ ਦੀਆਂ ਸਾਰੀਆਂ ਵਿਦਿਆਵਾਂ ਤੇਰੇ ਖੱਬੇ ਪਾਸੇ ਹੱਥ ਜੋੜ ਕੇ ਖੜੀਆਂ ਹੋਣਗੀਆਂ। ਧੰਨ ਹੈ ਮਹਾਰਾਜ, ਇੰਨੀਆਂ ਬਰਕਤਾਂ ਸਤਿਗੁਰੂ 'ਚ। ਹੁਣ ਉਹ ਜੇ ਉਹਦੀ ਬਖਸ਼ਿਸ਼ ਹੋ ਜੇ, ਸਾਧ ਸੰਗਤ ਜੀ ਬੋਲਾ ਵੀ ਸੁਣਨ ਲੱਗ ਜਾਂਦਾ, ਜੇ ਉਹਦੀ ਬਖਸ਼ਿਸ਼ ਹੋ ਜੇ ਗੂੰਗਾ ਮਨੁੱਖ ਵੀ ਵਧੀਆ ਗਿਆਨ ਉਚਰਦਾ। ਫਿਰ ਗਰੀਬ ਨਵਾਜ ਕਹਿੰਦੇ ਜੇ ਉਹਦੀ ਕਰਮ ਬਖਸ਼ਿਸ਼ ਹੋਵੇ, ਭਾਈ ਕਰਮ ਦਾ ਮਤਲਬ ਬਖਸ਼ਿਸ਼ ਨਾਲ ਇਹ ਗਿਆਨ ਪ੍ਰਾਪਤ ਕੀਤਾ ਜਾਂਦਾ, ਪਰਮਾਤਮਾ ਨਾਮ ਪ੍ਰਾਪਤ ਕੀਤਾ ਜਾਂਦਾ। ਹੋਰ ਜਿਹੜੀਆਂ ਸਿਆਣਪਾਂ ਨੇ, ਹੁਜਤਾਂ ਨੇ, ਚਤਰਾਈਆਂ ਨੇ, ਹੁਕਮ ਨੇ, ਉਹ ਸਾਰੇ ਖੁਆਰੀਆਂ ਵਾਲੇ ਨੇ। ਅੱਗੇ ਪੌੜੀ ਦੇ ਰਾਹੀਂ ਗਰੀਬ ਨਵਾਜ ਫਰਮਾਉਂਦੇ ਨੇ, ਨਾਦਰ ਕਰੈ ਜੇ ਆਪਣੀ ਤਾਂ ਨਾਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਾਧ ਸੰਗਤ ਜੀ ਆਪਾਂ ਨੂੰ ਬਾਬਾ ਜੀ ਲਗਭਗ ਰੋਜ਼ ਵਾਂਗੂ ਦੱਸਦੇ ਨੇ, ਇਹਨੂੰ ਇਹੋ ਨਹੀਂ ਪੜ੍ਹਨਾ। ਇਹ ਤਾਂ ਜਿਹੜਾ ਔਂਕੜ ਲਾਇਆ ਹੈ, ਕਿਉਂਕਿ ਜੀਓ ਪੁਲਿੰਗ ਹੈ, ਇਸ ਕਾਰਨ ਇਹ ਜਿਹੜਾ ਹੈ ਲਾਇਆ ਔਂਕੜ। ਫਿਰ ਭਰਮਿਆ ਇਹ ਟਿੱਪੀ ਲਾਈ ਹੈ ਲਗਾ ਮਾਤਰਾ ਦਾ ਸਮਤੋਲ ਬਣਾਉਣ ਵਾਸਤੇ, ਸੰਤੁਲਨ ਬਣਾਉਣ ਵਾਸਤੇ। ਜੇ ਆਪਾਂ ਇਹਨੂੰ ਭਰਮਿਆਂ ਪੜ੍ਹ ਦਈਏ ਫਿਰ ਜਿਹੜਾ ਇਹ ਆਸਾ ਰਾਗ ਦੀ ਜੋ ਮਤਲਬ ਨਿਯਮ ਹੈ ਉਹ ਪੂਰਾ ਨਹੀਂ ਉਤਰੇਗਾ। ਕਈ ਥਾਵਾਂ ਦੇ ਉੱਤੇ ਸਤਿਗੁਰੂ ਨੇ ਇਹ ਜਿਹੜਾ ਹੈ ਰਾਗਾਂ ਦਾ ਗਾਉਣ ਦਾ ਸਮਤੋਲ ਜਿਹੜਾ ਹੈ ਇਹ ਸੁਰ ਤਾਲ ਮਿਲਾਉਣ ਵਾਸਤੇ ਇਹ ਮਾਤਰਾ ਦੀ ਵਰਤੋਂ ਕੀਤੀ ਹੈ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਗਰੀਬ ਨਵਾਜ ਕੌੜਿਆਂ ਨੂੰ ਮਿੱਠੇ ਕਰਨ ਵਾਲੇ, ਸੁੱਕਿਆਂ ਨੂੰ ਹਰੇ ਕਰਨ ਵਾਲੇ, ਪੱਥਰਾਂ ਨੂੰ ਪਾਣੀ ਦੇ ਉੱਤੇ ਤਾਰਨ ਵਾਲੇ, ਪੱਥਰਾਂ ਨੂੰ ਅਸਮਾਨਾਂ 'ਚ ਉਡਾਉਣ ਵਾਲੇ, ਸਰਬ ਕਲਾ ਸਮਰੱਥ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪਣੀ ਮਹਾ ਸੁਚੀ ਮਹਾ ਪੁਨੀਤ ਰਸਨਾ ਦੇ ਨਾਲ ਫਰਮਾ ਰਹੇ ਨੇ, ਨਾਦਰ ਕਰਾਂ ਜੇ ਆਪਣੀ। ਹੇ ਪਰਮਾਤਮਾ ਜੀ, ਜੇ ਤੂੰ ਆਪਣੀ ਨਾਦਰ ਕਰੇ, ਜੇ ਤੂੰ ਆਪਣੀ ਮਿਹਰ ਕਰੇ ਤਾਂ ਨਾਦਰੀ ਸਤਿਗੁਰ ਪਾਇਆ, ਤਾਂ ਤੇਰੀ ਨਾਦਰ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤਾਂ ਤੇਰੀ ਨਾਦਰ ਦੇ ਨਾਲ ਹੀ ਸਤਿਗੁਰੂ ਮਿਲਦਾ। ਸਾਧ ਸੰਗਤ ਜੀਓ, ਜੇ ਉਹਦੀ ਨਾਦਰ ਨਾ ਹੋਵੇ ਨਾ, ਸਤਿਗੁਰੂ ਚਾਹੇ ਸਾਡੇ ਘਰ 'ਚ ਵੀ ਬੈਠਾ ਹੋਵੇ। ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਸਤਿਗੁਰੂ ਨੇ ਸਾਡੇ, ਪਰ ਉਹਦੀ ਕਿਰਪਾ ਨਹੀਂ। ਅਸੀਂ ਇਹਨੂੰ ਕੋਈ ਕਿਤਾਬ ਸਮਝ ਰਹੇ ਹਾਂ। ਮੇਰੇ ਵਰਗੇ ਮੂਰਖ ਬੇਅਦਬੀਆਂ ਕਰ ਰਹੇ ਨੇ, ਅੰਗ ਪਾੜ ਰਹੇ ਨੇ, ਗੋਲਕਾਂ ਚੋਰੀ ਕਰ ਰਹੇ ਨੇ, ਕਿਉਂਕਿ ਉਹਦੀ ਨਾਦਰ ਨਹੀਂ ਹੋਈ। ਜਦੋਂ ਉਹਦੀ ਨਾਦਰ ਹੁੰਦੀ ਹੈ ਫਿਰ ਕਹਿੰਦੇ ਇਹ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿੰਦੇ ਫਿਰ ਉਸ ਨੂੰ ਇਹ ਗੱਲ ਦੀ ਸੋਝੀ ਆਉਂਦੀ ਕਿ ਜਿਹੜਾ ਇਹ ਜੀਵ ਹੈ ਬੜੇ ਜਨਮਾਂ ਦੇ ਵਿੱਚ ਜਿਹੜਾ ਹੈ ਭਰਮਿਆ ਹੋਇਆ। ਕਦੀ ਇੱਕ ਕੁੱਤਾ ਬਣਿਆ, ਕਦੀ ਗਧਾ ਬਣਿਆ, ਕਦੀ ਘੋੜਾ ਬਣਿਆ, ਕਦੀ ਮੱਝ ਬਣਿਆ, ਕਦੀ ਗਊ ਬਣਿਆ, ਕਦੀ ਸੱਪ ਆਦਿਕ ਤ੍ਰਿਗਦ ਜੂਨਾਂ ਦੇ ਵਿੱਚ ਘੁੰਮਿਆ, ਕਦੇ ਪਾਣੀ ਵਾਲੀਆਂ ਜੂਨਾਂ 'ਚ ਇਹ ਫਿਰਿਆ। ਇਹ ਜਿਹੜਾ ਜੀਵ ਆਤਮਾ ਹੈ, ਇਹ ਸਾਧ ਸੰਗਤ ਜੀ ਇਹ ਤਾਂ ਉਦੋਂ ਤੋਂ ਹੈ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ। ਇਹ ਤਾਂ ਉਦੋਂ ਤੋਂ ਹੈ। ਇਹ ਨਹੀਂ ਕਿ ਜੀ ਹਾਂ ਮੇਰੀ ਉਮਰ ਕੋਈ 30 ਸਾਲ ਹੈ, 40 ਸਾਲ ਹੈ ਜਾਂ 60 ਸਾਲ ਹੈ, ਕੋਈ 100 ਸਾਲ ਹੈ। ਨਹੀਂ, ਇਹ ਤਾਂ ਉਦੋਂ ਤੋਂ ਯਾਤਰਾ ਕਰਦਾ ਆ ਰਿਹਾ ਹੈ। ਇਹ ਤਾਂ ਜਿਹੜਾ ਇਹ ਸਰੀਰ ਰੂਪੀ ਮਿੱਟੀ ਹੈ, ਚੋਲ ਹੈ, ਇਹ ਤਾਂ ਇਹਦੀ ਉਮਰ ਹੈ ਜੀ। ਹਾਂ ਜੀ ਮੈਂ ਹੁਣ 18 ਸਾਲ ਦਾ, ਮੈਂ 20 ਸਾਲ ਦਾ, ਮੈਂ 40 ਸਾਲ ਦਾ, ਇਹ ਤਾਂ ਇਹਦੀ ਉਮਰ ਹੈ। ਸਾਡੀ ਉਮਰ ਤਾਂ ਇਹ ਤਾਂ ਅਸੀਂ ਤਾਂ ਉਦੋਂ ਅਨੰਤ ਕਾਲ ਤੋਂ ਹੀ ਚੱਲਦੇ ਆ ਰਹੇ ਹਾਂ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਅਸੀਂ ਤਾਂ ਉਦੋਂ ਤੋਂ ਚੱਲਦੇ ਆ ਰਹੇ ਹਾਂ। ਮਹਾਰਾਜ ਕਹਿੰਦੇ ਜਿਹੜਾ ਜੀਵ ਹੈ, ਜੀਵ ਆਤਮਾ ਹੈ, ਇਹ ਤਾਂ ਬਹੁਤੇ ਜਨਮਾਂ ਦੇ ਵਿੱਚ ਵਿਚਾਰਾ ਭਰਮਿਆ ਹੋਇਆ। ਤਾਂ ਕਹਿੰਦੇ ਫਿਰ ਹੁਣ ਬੇਨਤੀ ਕਰਦਾ ਤਾਂ ਸਤਿਗੁਰ ਸ਼ਬਦ ਸੁਣਾਇਆ। ਫਿਰ ਸਤਿਗੁਰੂ ਨੇ ਇਸ ਨੂੰ ਉਪਦੇਸ਼ ਦਿੱਤਾ, ਗੁਰਮੰਤਰੇ ਦੇ ਕੰਨ 'ਚ ਫੂਕਿਆ ਕਿ ਲੈ ਗੁਰਮੁਖਾ,
ਤਰਸ ਕੀਤਾ ਸਤਿਗੁਰੂ ਨੇ ਵੀ ਯਾਰ ਵਿਚਾਰਾ ਬੜਾ ਭਟਕ ਰਿਹਾ ਹੈ। ਆਪਾਂ ਵੀ ਨਾ ਕਈ ਵਾਰੀ ਕੀ ਕਰਦੇ ਹਾਂ, ਬੱਚੇ ਨਾਲ ਖੇਡਦੇ ਹਾਂ, ਜਦੋਂ ਲੱਗਦਾ ਕਿ ਯਾਰ ਬੱਚਾ ਵਿਚਾਰਾ ਹੁਣ ਬਹੁਤ ਉਹ ਹੋ ਗਿਆ, ਫਿਰ ਆਪਾਂ ਬੱਚੇ ਦੀ ਮਦਦ ਕਰਦੇ ਹਾਂ, ਉਸ ਨੂੰ ਗੋਦੀ ਚੱਕ ਕੇ ਜਿਹੜਾ ਹੈ ਲੰਘਾ ਦਿੰਦੇ ਹਾਂ ਜਾਂ ਉਹਦੀ ਹੈਲਪ ਕਰਦੇ ਹਾਂ। ਇਸੇ ਤਰ੍ਹਾਂ ਹੁਣ ਸਤਿਗੁਰੂ ਨੂੰ ਤਰਸ ਆਇਆ, ਸਤਿਗੁਰੂ ਨੇ ਕੀ ਕੀਤਾ, ਉਸ ਨੇ ਸਾਨੂੰ ਇਹ ਜਨਮ ਮਰਨ ਤੋਂ ਮੁਕਤ ਕਰਨ ਵਾਲਾ ਮੰਤਰ ਸ਼ਬਦ ਸੁਣਾਤਾ, ਆਪਣਾ ਨਾਮ ਸਾਡੇ ਕੰਨ 'ਚ ਫੂਕਤਾ। ਸਾਧ ਸੰਗਤ ਜੀ, ਉਹ ਨਾਮ ਦੀ ਬੰਦਗੀ ਕਰਦਿਆਂ ਕਰਦਿਆਂ ਹੁਣ ਕੀ ਹੋਇਆ, ਹੁਣ ਉਸ ਨੂੰ ਸੋਝੀ ਆ ਗਈ। ਹੁਣ ਉਹ ਇਹ ਕਹਿੰਦਾ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਹੇ ਸਾਰੇ ਲੋਕੋ ਸੁਣੋ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਸਤਿਗੁਰ ਜੱਡਾ ਦਾਤਾ ਹੋਰ ਕੋਈ ਨਹੀਂ। ਸਾਧ ਸੰਗਤ ਜੀ, ਕਈ ਵਾਰੀ ਨਾ ਅਸੀਂ ਵੀ ਕਿਸੇ ਮੰਗਤੇ ਨੂੰ ਰੋਟੀ ਖਵਾ ਕੇ ਦਾਤੇ ਬਣ ਜਾਂਦੇ ਹਾਂ। ਸਾਧ ਸੰਗਤ ਜੀ, ਅਸੀਂ ਰੋਟੀ ਖਵਾਈ, ਉਹਦਾ 3 ਘੰਟਿਆਂ ਦਾ 4 ਘੰਟਿਆਂ ਦਾ ਦੁੱਖ ਖਤਮ ਹੋ ਗਿਆ। ਉਹਨੂੰ ਬਸਤਰ ਦੇਤੇ, ਉਸ ਦਾ 3 ਮਹੀਨਿਆਂ ਦਾ 4 ਮਹੀਨਿਆਂ ਦਾ 6 ਮਹੀਨਿਆਂ ਦਾ ਦੁੱਖ ਖਤਮ ਹੋ ਗਿਆ, ਕਿਉਂਕਿ 6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਕੱਪੜੇ ਫਟ ਜਾਣੇ ਨੇ। 3-4 ਘੰਟਿਆਂ ਬਾਅਦ ਰੋਟੀ ਹਜਮ ਆ ਜਾਣੀ ਆ, ਦੁੱਖ ਫੇਰ ਖੜਾ। ਫਿਰ ਅਸੀਂ ਉਹਨੂੰ ਰੁਪਈਆ ਪੈਸਾ ਦਿੱਤਾ, ਸਾਲ 2 ਸਾਲ 10 ਸਾਲ ਤੱਕ ਦਾ ਧਨ ਦੇਤਾ, ਉਹਦਾ 10 ਸਾਲ ਦਾ ਦੁੱਖ ਖਤਮ ਕਰਤਾ। ਉਹ ਜਦੋਂ ਧਨ ਨੇ ਮੁੱਕ ਜਾਣਾ, ਦੁੱਖ ਫੇਰ ਖੜਾ। ਸਤਿਗੁਰ ਏਡਾ ਵੱਡਾ ਦਾਤਾ ਹੈ, ਉਹ ਸਾਨੂੰ ਨਾਮ ਦਾ ਧਨ ਦਿੰਦਾ। ਸਾਧ ਸੰਗਤ ਜੀ, ਫਿਰ ਜਿੱਥੇ ਨਾਮ ਵਸਦਾ ਨਾ, ਉੱਥੇ ਸਾਰੀਆਂ ਬਰਕਤਾਂ ਵਸਦੀਆਂ ਨੇ, ਉੱਥੇ ਤਾਂ ਤਾਜ਼ਗੀ ਵਸਦੀ ਹੈ ਔਰ ਜੀਵਨ ਰੌਂ ਵਸਦੀ ਹੈ। ਉਹ ਨਾਮ ਦੇ ਆਸਰੇ ਬੰਦਾ ਨਾ ਮਰਦਾ ਨਾ ਫਿਰ ਉਹ ਜੰਮਦਾ, ਉਹ ਤਾਂ ਆਨੰਦ ਦੇ ਵਿੱਚ ਵਿਚਰਦਾ। ਉਹ ਇਸ ਕਰਕੇ ਕਹਿੰਦਾ ਕਿ ਵੀ ਸਤਿਗੁਰ ਜਿੱਡਾ ਦਾਤਾ ਤਾਂ ਕੋਈ ਹੋਰ ਹੈ ਹੀ ਨਹੀਂ। ਇਹ ਸਾਰੇ ਲੋਕੋ ਸੁਣੋ, ਧਿਆਨ ਨਾਲ ਸੁਣੋ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਸਤਿਗੁਰੂ ਦੇ ਮਿਲਣ ਨਾਲ ਹੀ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਮਿਲਿਆ, ਸਤਿਗੁਰੂ ਦੇ ਮਿਲਣ ਨਾਲ, ਇਹਨੂੰ ਮਿਲ ਗਿਆ ਨਹੀਂ ਪੜ੍ਹਨਾ। ਸਤਿਗੁਰ ਮਿਲਿਆ, ਸਤਿਗੁਰੂ ਦੇ ਮਿਲਣ ਦੇ ਨਾਲ ਉਹ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਪ੍ਰਾਪਤੀ ਕਿਹਨੂੰ ਹੁੰਦੀ ਹੈ? ਸਾਧ ਸੰਗਤ ਜੀ, ਹੁਣ ਸਤਿਗੁਰੂ ਤਾਂ ਆਪਾਂ ਨੂੰ ਵੀ ਪ੍ਰਾਪਤ ਹੋਇਆ ਪਿਆ। ਆਪਾਂ ਵੀ ਦੇਖੋ, ਮੈਂ ਹੁਣ ਸਭ ਤੋਂ ਨੇੜੇ ਬੈਠਾ ਸਤਿਗੁਰੂ ਦੇ, ਪਰ ਮਿਲਦਾ ਕਿਹਨੂੰ ਹੈ? ਜਿਨ ਸ਼ਰਤ ਲਾਤੀ, ਜਿਨੀ ਵਿੱਚੋਂ ਆਪ ਗਵਾਇਆ, ਜਿਹਨੇ ਆਪਣੇ ਅੰਦਰੋਂ ਹਉਮੈ ਖਤਮ ਕੀਤੀ ਕਿ ਮਹਾਰਾਜ ਮੈਂ ਕੁਛ ਵੀ ਨਹੀਂ ਹਾਂ, ਇਹ ਮੈਂ ਨਹੀਂ ਬੋਲ ਰਿਹਾ ਮੇਰੇ ਸਤਿਗੁਰੂ, ਇਹ ਬੋਲ ਮੇਰੇ ਨਹੀਂ ਹੈਗੇ, ਇਹ ਬੋਲ ਤੇਰੇ ਨੇ। ਮੇਰੇ ਪ੍ਰੀਤਮ, ਇਹ ਬੁੱਧੀ, ਇਹ ਮਤ ਜਿਹਦੇ ਰਾਹੀਂ ਮੈਂ ਬੋਲ ਰਿਹਾ, ਇਹ ਤੇਰੀ ਹੈ ਸਤਿਗੁਰੂ, ਇਹ ਰਸਨਾ ਵੀ ਤੇਰੀ ਹੈ। ਜਦੋਂ ਮੈਂ ਨਿਕਲ ਗਈ, ਹਉਮੈ ਨਿਕਲ ਗਈ, ਫਿਰ ਉਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦਾ ਆਪਾਂ ਨੂੰ ਮਿਲ ਜਾਂਦਾ, ਪਰ ਆਪਾਂ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਸਤਿਗੁਰੂ ਦੇ ਮਿਲਣ ਨਾਲ, ਕਿਉਂਕਿ ਹਉਮੈ ਦੀ ਦੀਵਾਰ ਵਿਚਾਲੇ ਖੜੀ ਹੈ, ਉਹ ਸਤਿਗੁਰੂ ਨਾਲ ਮੇਲ ਹੋਣੇ ਨਹੀਂ ਦਿੰਦੀ। ਜਦੋਂ ਹਉਮੈ ਦੀ ਕੰਧ ਢਹਿੰਦੀ ਹੈ, ਫਿਰ ਸਤਿਗੁਰੂ ਨਾਲ ਗਲ ਵੱਕੜੀਆਂ ਪੈਂਦੀਆਂ ਨੇ। ਸਤਿਗੁਰੂ ਨਾਲ ਗਲ ਵੱਕੜੀ ਪਈ ਨਹੀਂ ਸਾਧ ਸੰਗ ਜੀ। ਹੁਣ ਸਤਿਗੁਰੂ ਹੈ ਕੌਣ? ਉਸ ਸ਼ਬਦ ਦਾ ਸਰਗੁਣ ਸਰੂਪ ਹੈ, ਉਸ ਨਿਰੰਕਾਰ ਦਾ ਸਰਗੁਣ ਸਰੂਪ ਸਤਿਗੁਰੂ ਹੈ। ਰੱਬ ਤੇ ਸਤਿਗੁਰੂ 'ਚ ਕੋਈ ਫਰਕ ਨਹੀਂ ਹੈ, ਬਸ ਇੰਨਾ, ਉਹ ਨਿਰੰਕਾਰ ਹੈ, ਉਹ ਜਿਹੜਾ ਹੈ ਸਾਕਾਰ ਹੈ, ਉਹ ਨਿਰਗੁਣ ਹੈ, ਉਹ ਸਰਗੁਣ ਹੈ, ਹੋਰ ਕੋਈ ਗੱਲ ਫਰਕ ਨਹੀਂ ਹੈ। ਜਿਨੀ ਸੱਚੋ ਸੱਚ ਬੁਝਾਇਆ, ਕਹਿੰਦੇ ਜਿਹੜੇ ਪਰਮਾਤਮਾ ਨੇ ਇੱਕ ਨਿਰੋਲ ਸੱਚ ਬੁਝਾਤਾ, ਜਿਹੜੇ ਸਤਿਗੁਰੂ ਨੇ ਕੇਵਲ ਤੇ ਕੇਵਲ ਸੱਚ ਬੁਝਾਤਾ, ਇਹ ਦੁਨੀਆ ਝੂਠੀ ਦਿਸਦੀ ਹੈ। ਹੁਣ ਇਹ ਦੁਨੀਆ ਦੇ ਵਿੱਚ ਸਾਰਾ ਕੁਛ ਨਾਸ਼ਵਾਨ ਦਿਸਦਾ। ਸਾਧ ਸੰਗਤ ਜੀ, ਫਿਰ ਮਹਾਰਾਜ ਕਹਿੰਦੇ ਨੇ ਕਿਸੋਂ ਕੀਚਾ ਦੋਸਤੀ ਸਭ ਜਗ ਚੱਲਣ ਹਾਰ। ਫਿਰ ਤਾਂ ਇਹ ਹੈ, ਫਿਰ ਉਹ ਦੁਨਿਆਵੀ ਪਦਾਰਥਾਂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਾਂ ਵਿਥਾਰ। ਜਿਨ੍ਹਾਂ ਨੇ ਜਾਣ ਲਿਆ ਕਿ ਮੈਂ ਜਾਣਾ ਭਾਈ ਇਹ ਸਾਰਾ ਸੰਸਾਰ ਚੱਲਣ ਹਾਰ ਹੈ, ਫਿਰ ਉਹ ਵਿਸਥਾਰਾ ਨਹੀਂ ਪਾਉਂਦੇ ਹੈਗੇ। ਇਹ ਸਾਧ ਸੰਗਤ ਜੀ, ਇੱਥੇ ਇਹ ਚੌਥੀ ਪੌੜੀ ਸ਼ਲੋਕਾਂ ਸਮੇਤ ਸੰਪੂਰਨ ਹੋਈ ਹੈ। ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਕਿਸਮ ਦੀਆਂ ਭੁੱਲਾਂ ਗਲਤੀਆਂ ਚੁੱਕਾਂ ਹੋਈਆਂ ਨੇ। ਗੁਰੂ ਮਹਾਰਾਜ ਬਖਸ਼ਣਹਾਰ ਨੇ, ਗੁਰੂ ਕਾ ਰੂਪ ਸਾਧ ਸੰਗਤ ਵੀ ਬਖਸ਼ਣਹਾਰ ਹੈ। ਅੱਗੇ ਤੋਂ ਅਸੀਸ ਬਖਸ਼ਣੀਆਂ ਸਾਧ ਸੰਗਤ ਜੀ। ਮੈਂ ਬਾਬਾ ਜੀ ਦਾ ਤੋੜ ਨਹੀਂ ਹਾਂ, ਬਾਬਾ ਜੀ ਦੀ ਤਾਂ ਕਮਾਈ ਬਹੁਤ ਜ਼ਿਆਦਾ ਹੈ, ਬਾਬਾ ਜੀ ਦਾ ਗਿਆਨ ਤਾਂ ਅਥਾਹ ਹੈ, ਮੈਂ ਤਾਂ ਇੱਕ ਟੋਏ ਦਾ ਡੱਡੂ ਹਾਂ, ਮੈਂ ਬਾਬਾ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ। ਸੋ ਜੇ ਆਪ ਜੀ ਨੂੰ ਕਿਸੇ ਨੂੰ ਬਾਬਾ ਜੀ ਦੀ ਕਥਾ ਸੁਣਨ ਤੋਂ ਬਾਅਦ ਅੱਜ ਰਸ ਨਹੀਂ ਆਇਆ ਤਾਂ ਮੈਨੂੰ ਮੁਆਫ ਕਰ ਦੇਣਾ, ਕਿਉਂਕਿ ਮੇਰੀ ਸਮਰੱਥਾ ਹੀ ਇੰਨੀ ਹੈ। ਬਾਬਾ ਜੀ ਦੀ ਸਮਰੱਥਾ, ਉਹਨਾਂ ਦਾ ਅਧਿਕਾਰ ਖੇਤਰ ਤਾਂ ਕਿਤੇ ਵੱਡਾ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।